ਸਾਥੀਓ, ਪੰਜਾਬੀ ਐਜੂਕੇਸ਼ਨ ਚੈਨਲ ਵਿੱਚ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪਿਆਰੇ ਬੱਚਿਓ, ਅੱਜ ਦੀ ਇਸ ਵੀਡੀਓ ਵਿੱਚ ਅਸੀਂ 12ਵੀਂ ਜਮਾਤ ਦਾ ਜੋ ਚੈਪਟਰ ਨੰਬਰ 1 ਹੈ, ਜਿਸ ਨੂੰ ਅਸੀਂ ਕਿਉਂ ਬੋਲਦੇ ਹਾਂ ਕਿ ਪੰਜਾਬੀ ਸੱਭਿਆਚਾਰ, ਇਸ ਬਾਰੇ ਕੁਝ ਜੋ ਸਵਾਲ ਜਵਾਬ ਨੇ ਅਤੇ ਉਹਨਾਂ ਦੀ ਡਿਟੇਲ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ। ਪੰਜਾਬੀ ਸੱਭਿਆਚਾਰ ਜਿਹੜਾ ਲੇਖ ਹੈ, ਉਹਨਾਂ ਦੇ ਲੇਖਕ ਦਾ ਨਾਮ ਹੈ ਡਾਕਟਰ ਵਰਿੰਦਰ ਕੌਰ। ਨਾਲ ਹੀ ਅਸੀਂ ਡੇਟ ਮੈਂਸ਼ਨ ਕੀਤੀ ਹੈ ਕਿ 12 ਅਪ੍ਰੈਲ 1966 ਦੇ ਵਿੱਚ ਜਿਹੜਾ ਇਹ ਲੇਖ ਲਿਖਿਆ ਜਾਂਦਾ ਹੈ। ਅਤੇ ਜੇ ਅਸੀਂ ਗੱਲ ਕਰੀਏ ਪੰਜਾਬੀ ਤੋਂ ਭਾਵ ਪੰਜਾਬੀਅਤ ਦੀ, ਜੋ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਲੋਕ ਹਨ, 5 ਦਰਿਆਵਾਂ ਦੀ ਗੱਲ ਹੈ, ਪੰਜਾਬ ਦੀ ਧਰਤੀ ਦੀ ਗੱਲ ਹੈ। ਅਤੇ ਜੇ ਅਸੀਂ ਗੱਲ ਸੱਭਿਆਚਾਰ ਦੀ ਕਰਦੇ ਹਾਂ, ਸੱਭਿਆਚਾਰ ਜਿਵੇਂ ਅਸੀਂ ਕਹਿੰਦੇ ਹਾਂ ਕਿ ਜਿਹੜਾ ਅਨੁਸ਼ਾਸਨ ਹੈ ਕਿਸੇ ਵੀ ਮਜ਼ਹਬ ਦਾ, ਕਿਸੇ ਵੀ ਧਰਮ ਦਾ, ਕਿਸੇ ਵੀ ਕਲਚਰ ਦਾ ਧੁਰਾ ਹੁੰਦਾ ਹੈ। ਸੋ ਇਹ ਜਿਹੜਾ ਆਚਾਰ ਹੈ, ਇਹ ਤੁਹਾਡਾ ਰਹਿਣ ਸਹਿਣ, ਤੁਹਾਡਾ ਵਾਤਾਵਰਨ, ਤੁਹਾਡਾ ਆਰਥਿਕ, ਰਾਜਨੀਤਿਕ, ਧਾਰਮਿਕ ਹਰ ਤਰ੍ਹਾਂ ਦਾ ਜਿਹੜਾ ਵਿਵਹਾਰ ਹੈ ਉਹ ਸੱਭਿਆਚਾਰ ਦੇ ਵਿੱਚ ਸ਼ਾਮਿਲ ਹੁੰਦਾ ਹੈ। ਸੋ ਆਓ ਪਿਆਰੇ ਬੱਚਿਓ, ਆਓ ਆਪਾਂ ਇਹਨੂੰ ਡਿਟੇਲ ਦੇ ਵਿੱਚ ਪੜ੍ਹਦੇ ਹਾਂ ਅਤੇ ਸਮਝਦੇ ਹਾਂ। ਜਿਹੜਾ ਤੁਹਾਡਾ ਪੰਜਾਬੀ ਸੱਭਿਆਚਾਰ ਦੇ ਨਾਲ ਸੰਬੰਧਿਤ ਪਹਿਲਾ ਸਵਾਲ ਬਣਦਾ ਹੈ ਉਹ ਹੈ ਕਿ ਸੱਭਿਆਚਾਰ ਦੀ ਪਰਿਭਾਸ਼ਾ ਕੀ ਹੈ। ਆਓ ਜਾਣਦੇ ਹਾਂ। ਉੱਤਰ ਹੈ ਕਿ ਸੱਭਿਆਚਾਰ ਦੋ ਸ਼ਬਦਾਂ ਦੇ ਸੁਮੇਲ ਤੋਂ ਸੱਭਿਆ ਪਲੱਸ ਆਚਾਰ ਤੋਂ ਮਿਲ ਕੇ ਬਣਿਆ ਹੈ। ਸੱਭਿਆ ਦਾ ਅਰਥ ਹੈ ਨਿਯਮਬੱਧਤਾ ਅਤੇ ਆਚਾਰ ਦਾ ਅਰਥ ਹੈ ਆਚਰਣ, ਭਾਵ ਉਹ ਚਰਿੱਤਰ ਜੋ ਜੀਵਨ ਵਿੱਚ ਕਿਸੇ ਨਿਯਮਬੱਧਤਾ ਦਾ ਧਾਰਨੀ ਹੋਵੇ, ਉਸ ਨੂੰ ਸੱਭਿਆਚਾਰ ਕਿਹਾ ਜਾਂਦਾ ਹੈ। ਵੱਖ-ਵੱਖ ਭਾਸ਼ਾਵਾਂ ਵਿੱਚ ਸੱਭਿਆਚਾਰ ਦੇ ਵੱਖ-ਵੱਖ ਨਾਂ ਹਨ। ਹਿੰਦੀ ਵਿੱਚ ਸੰਸਕ੍ਰਿਤੀ ਅਤੇ ਅੰਗਰੇਜ਼ੀ ਵਿੱਚ ਇਸ ਨੂੰ ਕਲਚਰ ਕਿਹਾ ਜਾਂਦਾ ਹੈ। ਹਰੇਕ ਭਾਸ਼ਾ ਵਿੱਚ ਸੱਭਿਆਚਾਰ ਲਈ ਭਾਵੇਂ ਵੱਖਰੇ ਵੱਖਰੇ ਨਾਮ ਵਰਤੇ ਗਏ ਹਨ, ਪਰ ਇਹਨਾਂ ਦਾ ਭਾਵ ਇੱਕ ਹੀ ਹੈ। ਸੋ ਪਿਆਰੇ ਬੱਚਿਓ, ਇਹ ਸੀ ਸੱਭਿਆਚਾਰ ਦੀ ਪਰਿਭਾਸ਼ਾ। ਅਤੇ ਆਓ ਅਸੀਂ ਸੱਭਿਆਚਾਰ ਦੇ ਸ਼ਾਬਦਿਕ ਅਰਥ ਅਤੇ ਆਓ ਅਸੀਂ ਜਾਣਦੇ ਹਾਂ ਸੱਭਿਆਚਾਰ ਦੀ ਪਰਿਭਾਸ਼ਾ। ਜੇਕਰ ਇਹਨੂੰ ਕੁਝ ਸੀਮਿਤ ਸ਼ਬਦਾਂ ਦੇ ਵਿੱਚ ਅਸੀਂ ਐਕਸਪਲੇਨ ਕਰਨਾ ਹੋਵੇ ਕਿ ਸੱਭਿਆਚਾਰ ਕੀ ਹੈ, ਪੜ੍ਹਦੇ ਹਾਂ ਕਿ ਮਨੁੱਖ ਸਮਾਜ ਵਿੱਚ ਰਹਿੰਦਿਆਂ ਹੋਇਆਂ ਜਿਨ੍ਹਾਂ ਸਮਾਜਿਕ ਲੋੜਾਂ ਅਨੁਸਾਰ ਰੀਤੀ ਰਿਵਾਜ਼ਾਂ ਨੂੰ ਕਿਸੇ ਨਿਯਮ ਅਧੀਨ ਗ੍ਰਹਿਣ ਕਰਦਾ ਹੈ, ਉਸ ਨੂੰ ਸੱਭਿਆਚਾਰ ਕਹਿੰਦੇ ਹਨ। ਸੱਭਿਆਚਾਰ ਕਿਸੇ ਖਾਸ ਖਿੱਤੇ ਜਾਂ ਕੌਮ ਦੀ ਸਮੁੱਚੀ ਜੀਵਨ ਜਾਂਚ ਹੁੰਦੀ ਹੈ। ਸੱਭਿਆਚਾਰ ਨਿਸ਼ਚੇ ਹੀ ਉਸ ਕੌਮ ਦੇ ਜੀਵਨ ਨਾਲ ਜੁੜੇ ਵੱਖ-ਵੱਖ ਵਿਚਾਰਾਂ, ਮਨੌਤਾਂ, ਰਹਿਣ ਸਹਿਣ, ਕਦਰਾਂ ਕੀਮਤਾਂ, ਖਾਣ ਪੀਣ, ਰੀਤੀ ਰਿਵਾਜ਼ਾਂ, ਪਹਿਰਾਵੇ, ਬੋਲੀ ਅਤੇ ਤਿੱਥ ਤਿਉਹਾਰਾਂ ਦਾ ਸੁਮੇਲ ਹੈ। ਸੋ ਪਿਆਰੇ ਬੱਚਿਓ, ਜੇਕਰ ਗੱਲ ਕਰਨੀ ਹੋਵੇ ਤਾਂ ਪੂਰੀ ਜੀਵਨ ਸ਼ੈਲੀ ਦਾ ਅਧਿਐਨ ਹੀ ਇੱਕ ਸੱਭਿਆਚਾਰ ਹੈ। ਜਿਹਦੇ ਵਿੱਚ ਤੁਹਾਡਾ ਰਹਿਣ ਸਹਿਣ, ਖਾਣ ਪੀਣ, ਤੁਹਾਡੀਆਂ ਕਦਰਾਂ ਕੀਮਤਾਂ, ਤੁਹਾਡੇ ਵਹਿਮ ਭਰਮ, ਤੁਹਾਡੇ ਰੀਤੀ ਰਿਵਾਜ, ਤੁਹਾਡਾ ਪਹਿਰਾਵਾ, ਤੁਹਾਡੀਆਂ ਰਸਮਾਂ ਸ਼ਾਮਿਲ ਹੋਣ। ਇਸ ਸਟੱਡੀ ਨੂੰ ਹੀ ਅਸੀਂ ਸੱਭਿਆਚਾਰ ਦੀ ਸਟੱਡੀ ਕਹਾਂਗੇ ਜਾਂ ਅਸੀਂ ਸੱਭਿਆਚਾਰ ਕਹਾਂਗੇ। ਸੋ ਆਓ ਅਸੀਂ ਇੱਕ ਗ੍ਰਾਫ ਦੇ ਰਾਹੀਂ ਤੁਹਾਡੇ ਨਾਲ ਇਹ ਜਾਣਕਾਰੀ ਨੂੰ ਸਾਂਝੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਸੱਭਿਆਚਾਰ ਕੀ ਹੈ। ਉਹ ਆਚਰਣ ਜੋ ਕਿਸੇ ਖਾਸ ਨਿਯਮਾਂ ਵਿੱਚ ਬੱਝਿਆ ਹੋਵੇ। ਇਹਦੇ ਵਿੱਚ ਕੀ ਹੁੰਦਾ ਹੈ, ਨਿਯਮਬੱਧਤਾ ਮਤਲਬ ਇਹ 'ਚ ਕੰਟੀਨਿਊਟੀ ਰਹਿੰਦੀ ਹੈ, ਨਿਯਮ ਹੁੰਦੇ ਨੇ ਇਹਦੇ ਵਿੱਚ। ਸੱਭਿਆ ਉਹ ਕਿਸੇ ਇੱਕ, ਜਿਵੇਂ ਅਸੀਂ ਕਹਿੰਦੇ ਵੀ ਇੱਕ ਖਿੱਤਾ ਹੋ ਗਿਆ, ਜਿਵੇਂ ਕੋਈ ਇੱਕ ਜਾਤੀ ਹੋ ਗਈ, ਜਾਂ ਜਿਵੇਂ ਅਸੀਂ ਕਹਿੰਦੇ ਵੀ ਇਹ ਪੁਰਾਣੀ, ਇਹ ਆਰੀਆ ਸੱਭਿਅਤਾ ਹੈ, ਇਹ ਫਲਾਨੀ ਸੱਭਿਅਤਾ ਤੋਂ ਪੈਦਾ ਹੋਇਆ। ਮਤਲਬ ਕਿ ਜੋ ਵੀ ਅਸੀਂ ਕਿਸੇ ਸਮਾਜ ਦੇ ਹਿੱਸੇ ਦੀ ਸਟੱਡੀ ਕਰਦੇ ਹਾਂ, ਉਹਦੇ ਬਾਰੇ ਜਾਣਦੇ ਹਾਂ, ਉਹ ਕਿਸੇ ਸੱਭਿਅਤਾ ਦੇ ਵਿੱਚੋਂ ਹੀ ਉਹਦਾ ਜਨਮ ਹੋਇਆ ਹੁੰਦਾ। ਉਹਦਾ ਭਾਵ ਕੋਈ ਇਤਿਹਾਸ ਹੁੰਦਾ ਹੈ, ਉਸ ਦਾ ਕੋਈ ਪਿਛੋਕੜ ਹੁੰਦਾ ਹੈ, ਤਾਂ ਹੀ ਅਸੀਂ ਉਹਨੂੰ ਸੱਭਿਆਚਾਰ ਦਾ ਨਾਮ ਦਿੰਦੇ ਹਾਂ। ਆਚਾਰ, ਇਹਦੇ ਵਿੱਚ ਤੁਹਾਡੇ ਰਹਿਣ ਸਹਿਣ, ਤੁਹਾਡਾ ਖਾਣ ਪੀਣ, ਬੋਲਣ ਚੱਲਣ, ਉੱਠਣ ਬੈਠਣ, ਹਰ ਇੱਕ ਚੀਜ਼ ਆਚਾਰ, ਭਾਵ ਇਹਦੇ ਵਿੱਚ ਕੋਈ ਨਾ ਕੋਈ ਚੀਜ਼ ਇੱਕ ਤੋਂ ਦੂਜੇ ਤੱਕ, ਦੂਜੇ ਤੋਂ ਤੀਜੇ ਤੱਕ, ਜੋ ਵੀ ਕੋਈ ਉਹ ਚਾਹੇ ਸ਼ਾਬਦਿਕ ਲੈਣ ਦੇਣ ਹੈ, ਚਾਹੇ ਖਾਣ ਪੀਣ ਦਾ ਲੈਣ ਦੇਣ ਹੈ, ਚਾਹੇ ਵਸਤਾਂ ਦਾ ਲੈਣ ਦੇਣ ਹੈ, ਤੁਸੀਂ ਕਿੱਦਾਂ ਦਾ ਤੁਹਾਡਾ ਆਚਰਣ ਹੈ, ਕਿੱਦਾਂ ਤੁਸੀਂ ਵਿਚਰਦੇ ਹੋ, ਉਸ ਚੀਜ਼ ਦਾ ਵੀ ਜਿਹੜਾ ਅਧਿਐਨ ਹੈ ਸੱਭਿਆਚਾਰ ਦੇ ਵਿੱਚ ਕਰਦੇ ਹਾਂ।
ਆਚਰਣ ਹੁੰਦਾ ਜਿਵੇਂ ਅਸੀਂ ਕਿਸੇ ਦਾ ਇਹ ਕਹਿੰਦੇ ਹਾਂ ਕਿ ਉਹ ਬੰਦੇ ਦਾ ਸੁਭਾਅ ਬਹੁਤ ਅੱਛਾ ਹੈ, ਮਤਲਬ ਅਸੀਂ ਕਹਿੰਦੇ ਕਿ ਇਹ ਜਿਹੜੀ ਕੌਮ ਆ, ਜਿਵੇਂ ਸਿੱਖ ਕੌਮ ਹੈ, ਇਹਨਾਂ ਨੂੰ ਬਹਾਦਰਾਂ ਦੀ ਕੌਮ ਕਿਹਾ ਜਾਂਦਾ, ਲੜਾਕੂ ਕੌਮ ਕਿਹਾ ਜਾਂਦਾ। ਇਹ ਸਾਡਾ ਆਚਰਣ ਆ ਕਿ ਜਦੋਂ ਪੰਜਾਬ ਦਾ ਜਿਹੜਾ ਸੱਭਿਆਚਾਰ ਆ, ਸਾਡਾ ਪਿਛੋਕੜ ਇਤਿਹਾਸ ਆ, ਕਿ ਜਿੰਨੇ ਹਮਲਾਵਰ ਆਏ, ਜਦੋਂ ਵੀ ਉਹਨਾਂ ਨੇ ਇੰਡੀਆ ਦੇ ਉੱਪਰ ਭਾਰਤ ਦੇ ਉੱਪਰ ਹਮਲਾ ਕੀਤਾ ਤਾਂ ਉਹ ਪੰਜਾਬ ਵਿੱਚੋਂ ਹੀ ਆਏ। ਆਉਣ ਸਾਰ ਉਹ ਪੰਜਾਬੀਆਂ ਨਾਲ ਲੜੇ। ਅਤੇ ਪਹਿਲਾਂ ਇੱਕ ਆਮ ਕਹਾਵਤ ਆ ਕਿ ਉੱਜੜ ਉੱਜੜ ਕੇ ਵਸਣਾ ਲਿਖਿਆ ਲੇਖਾਂ ਵਿੱਚ ਪੰਜਾਬ ਦੇ। ਜਿਹੜੇ ਹਮਲਾਵਰ ਆਉਂਦੇ ਉਹ ਪਹਿਲਾਂ ਆਉਣ ਸਾਰ ਪੰਜਾਬੀਆਂ ਨਾਲ ਲੜਦੇ, ਅਤੇ ਫਿਰ ਜਦੋਂ ਭਾਰਤ ਨੂੰ ਲੁੱਟ ਕੇ ਜਾਂਦੇ ਫਿਰ ਪੰਜਾਬੀਆਂ ਨਾਲ ਲੁੱਟ ਖਸੁੱਟ ਕਰਦੇ। ਸੋ ਜਿਹੜੀ ਇਹ ਸਾਡੀ ਕੌਮ ਸੀ, ਇਹ ਹਮਲਾਵਰਾਂ ਦੀ ਸਤਾਈ ਹੋਈ ਕੌਮ ਸੀ, ਅਤੇ ਫਿਰ ਇਹ ਐਡੇ ਦਲੇਰ ਹੋ ਗਏ। ਫਿਰ ਇੱਕ ਆਮ ਕਹਾਵਤ ਸੀ ਕਿ ਖਾਧਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹੇ ਦਾ। ਅਤੇ ਇੱਥੇ ਕਹਿੰਦੇ ਸੀ ਵੀ ਜਿੰਨਾ ਕੁਛ ਖਾਣਾ ਖਾ ਲਓ, ਨਹੀਂ ਅਹਿਮਦ ਸ਼ਾਹ ਅਬਦਾਲੀ ਵਰਗੇ ਲੁੱਟ ਕੇ ਲੈ ਜਾਣਗੇ। ਸਾਡਾ ਜਿਹੜਾ ਆਚਰਣ ਆ, ਸਾਡਾ ਸੁਭਾਅ ਫਿਰ ਇਸ ਤਰ੍ਹਾਂ ਦਾ ਹੋਇਆ ਕਿ ਅਸੀਂ ਦੁਸ਼ਮਣ ਦੇ ਦੰਦ ਖੱਟੇ ਕਰਨ ਵਾਲੀ ਕੌਮ ਬਣੀ। ਜੇ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰੀਏ ਅਤੇ ਸਾਡੇ ਕਿੰਨੀਆਂ ਹੀ ਸਿੱਖ ਮਿਸਲਾਂ ਨੇ ਜਿਹੜੇ ਬੜੀ ਬਹਾਦਰੀ ਦੇ ਨਾਲ ਆਉਣ ਵਾਲੇ ਮੁਗਲਾਂ ਦੇ ਦੰਦ ਖੱਟੇ ਕੀਤੇ, ਉਹਨਾਂ ਨੂੰ ਟਾਕਰਾ ਕੀਤਾ। ਸੋ ਆਚਰਣ, ਸਾਡਾ ਰਹਿਣ ਸਹਿਣ ਕਿੱਦਾਂ ਦਾ, ਇਹ ਸਾਰੀਆਂ ਚੀਜ਼ਾਂ ਨੂੰ ਜਦੋਂ ਅਸੀਂ ਸਟੱਡੀ ਕਰਦੇ ਹਾਂ ਤਾਂ ਉਹ ਇੱਕ ਸੱਭਿਆਚਾਰ ਦਾ ਅੰਗ ਬਣ ਜਾਂਦੀ ਹੈ। ਸੋ ਆਓ ਆਪਾਂ ਸਮਝਦੇ ਹਾਂ ਇਹਨਾਂ ਕੁਐਸਚਨਾਂ ਨੂੰ ਅੱਗੇ। ਸੱਭਿਆਚਾਰ ਅਤੇ ਉਪ ਸੱਭਿਆਚਾਰ ਵਿੱਚ ਕੀ ਅੰਤਰ ਹੈ? ਜਿਵੇਂ ਅਸੀਂ ਪਹਿਲਾਂ ਕਹਿੰਦੇ ਹਾਂ ਕਿ ਜਿਹੜਾ ਸੱਭਿਆਚਾਰ ਬਣਦਾ, ਉਸ ਤੋਂ ਪਿੱਛੇ ਜਦੋਂ ਅਸੀਂ ਪਿਛੋਕੜ ਝਾਤ ਮਾਰਦੇ ਹਾਂ, ਉਹਦਾ ਕੋਈ ਆਪਣਾ ਹਿਸਟਰੀ ਹੁੰਦੀ ਹੈ। ਉਹ ਜਿਸ ਵਿੱਚੋਂ ਨਿਕਲਿਆ ਉਹ ਹੈ ਸੱਭਿਆਚਾਰ, ਅਤੇ ਉਹਦੇ ਵਿੱਚੋਂ ਨਿਕਲ ਕੇ ਅਸੀਂ ਜਿਹੜਾ ਮਤਲਬ ਇੱਕ ਅਗਲੀ ਜਨਰੇਸ਼ਨ ਜਿਹੜੀ ਉਹ ਤੋਂ ਪੈਦਾ ਹੁੰਦੀ ਹੈ, ਉਹਨੂੰ ਅਸੀਂ ਉਪ ਸੱਭਿਆਚਾਰ ਕਹਿ ਦਾਂਗੇ। ਕਿ ਅਸੀਂ ਇੱਕ ਹੁੰਦਾ, ਜਿਵੇਂ ਅਸੀਂ ਕਹਿੰਦੇ ਹਾਂ ਪ੍ਰਿੰਸੀਪਲ, ਇੱਕ ਵਾਈਸ ਪ੍ਰਿੰਸੀਪਲ, ਮਤਲਬ ਉਹਨਾਂ ਦੇ ਲਗਭਗ ਸਾਰਾ ਕੁਛ ਸੇਮ ਹੀ ਹੁੰਦਾ, ਅਤੇ ਥੋੜ੍ਹੀਆਂ ਮੋਟੀਆਂ ਪਾਵਰਾਂ ਦੀ ਜਿਹੜੀ ਉਹਦੇ ਵਿੱਚ ਫੇਰ ਬਦਲ ਹੁੰਦੀ ਹੈ। ਸੋ ਸੱਭਿਆਚਾਰ ਅਤੇ ਉਪ ਸੱਭਿਆਚਾਰ ਦੀ ਗੱਲ ਕਰਦੇ ਹਾਂ ਕਿ ਜਿਹੜਾ ਉਪ ਸੱਭਿਆਚਾਰ ਹੁੰਦਾ ਉਹ ਲਗਭਗ ਸੱਭਿਆਚਾਰ ਵਰਗਾ ਹੀ ਹੁੰਦਾ ਅਤੇ ਉਹਦੇ ਵਿੱਚੋਂ ਜਨਮ ਲੈਂਦਾ। ਜਿਵੇਂ ਹੁਣ ਅਸੀਂ ਇਹ ਗੱਲ ਕਰੀਏ, ਜਿਹੜਾ ਸਾਡਾ ਪੰਜਾਬੀ ਸੱਭਿਆਚਾਰ ਆ, ਇਹਦੇ ਵਿੱਚੋਂ ਇੱਕ ਹੋਰ ਕਲਚਰ ਉੱਠਿਆ ਹੈ ਜਿਹਨੂੰ ਅਸੀਂ ਪੱਛਮੀ ਸੱਭਿਆਚਾਰ ਦੀ ਰੀਸ ਵਾਲਾ ਕਲਚਰ ਕਹਿੰਦੇ ਹਾਂ। ਹੁਣ ਅਸੀਂ ਮਤਲਬ ਸਿਰ ਢੱਕਣੇ, ਘੱਗਰੇ ਪਾਉਣੇ ਅਤੇ ਜੁੱਤੀਆਂ ਪਾਉਣੀਆਂ ਅਤੇ ਛੰਮਾਂ ਵਾਲੀ ਡਾਂਗ ਫੜਨੀ, ਕੁੜਤੇ ਚਾਦਰੇ ਲਾਉਣੇ, ਇਹ ਚੀਜ਼ਾਂ ਚਲੀਆਂ ਗਈਆਂ। ਇਹ ਸਾਡਾ ਪੁਰਾਣਾ ਜਿਹੜਾ ਸੱਭਿਆਚਾਰ ਸੀ। ਪਰ ਉਹ ਤੋਂ ਬਾਅਦ ਜਿਹੜਾ ਅਸੀਂ ਹੁਣ ਅਪਣਾਇਆ ਹੋਇਆ ਇਹ ਜਿਹੜਾ ਸੱਭਿਆਚਾਰ ਹੈ, ਉਪ ਸੱਭਿਆਚਾਰ ਹੈ। ਮਤਲਬ ਸਾਡੇ ਪੁਰਾਣੇ ਸੱਭਿਆਚਾਰ 'ਚੋਂ ਨਿਕਲ ਕੇ ਇਹਦਾ ਨੁਹਾਰ ਹੁਣ ਬਦਲ ਚੁੱਕੀ ਹੈ। ਆਓ ਅਸੀਂ ਜਾਣਦੇ ਹਾਂ ਸੱਭਿਆਚਾਰ ਅਤੇ ਉਪ ਸੱਭਿਆਚਾਰ। ਭਾਰਤ ਅਨੇਕਤਾ ਵਿੱਚ ਏਕਤਾ ਵਾਲਾ ਦੇਸ਼ ਹੈ। ਅਨੇਕਤਾ ਭਾਵ ਇੱਥੇ ਹਿੰਦੂ, ਮੁਸਲਿਮ, ਸਿੱਖ, ਈਸਾਈ ਲੋਕ ਰਹਿੰਦੇ ਨੇ। ਇਹ ਤਾਂ ਹੈਗੀ ਅਨੇਕਤਾ। ਏਕਤਾ ਕੀ ਹੈ ਕਿ ਸਾਡਾ ਸਾਰਿਆਂ ਦਾ ਇੱਕੋ ਹੀ ਸੰਵਿਧਾਨ ਹੈ, ਸਾਡਾ ਸਾਰਿਆਂ ਦਾ ਇੱਕੋ ਹੀ ਮੁਲਕ ਆ, ਜਿਹਨੂੰ ਅਸੀਂ ਬੋਲਦੇ ਹਾਂ ਭਾਰਤ। ਅੱਗੇ ਇੱਥੇ ਵੱਖ-ਵੱਖ ਸੱਭਿਆਚਾਰ ਮਿਲਦੇ ਹਨ। ਹਿੰਦੂਆਂ ਦਾ ਆਪਣਾ ਕਲਚਰ ਹੈ, ਮੁਸਲਮਾਨ ਧਰਮ ਦਾ ਆਪਣਾ ਕਲਚਰ ਹੈ, ਈਸਾਈਆਂ ਦਾ ਆਪਣਾ ਕਲਚਰ ਹੈ, ਸਿੱਖਾਂ ਦਾ ਆਪਣਾ ਕਲਚਰ ਹੈ। ਵੱਖ-ਵੱਖ ਰਾਜਾਂ ਦੀਆਂ ਭਾਸ਼ਾਵਾਂ, ਹੁਣ ਇੱਥੇ ਪੰਜਾਬ ਪੰਜਾਬੀ ਬੋਲਦਾ, ਹਰਿਆਣਾ ਹਰਿਆਣਵੀ ਬੋਲਦਾ, ਗੁਜਰਾਤ ਗੁਜਰਾਤੀ ਬੋਲਦਾ, ਠੀਕ ਹੈ ਜੀ। ਅਤੇ ਇੱਦਾਂ ਜਿਹੜੀਆਂ ਸਟੇਟਾਂ ਨੇ ਉਹ ਆਪਣੀ ਆਪਣੀ ਸਟੇਟ ਦੀ ਇੱਕ ਉਹਨਾਂ ਦੀ ਆਪਣੀ ਭਾਸ਼ਾ ਹੈ, ਉਹਨਾਂ ਦੀਆਂ ਬੋਲੀਆਂ ਵੀ ਅਲੱਗ-ਅਲੱਗ ਹਨ। ਜਿਵੇਂ ਅਸੀਂ ਪੰਜਾਬੀ ਦੀ ਗੱਲ ਕਰਦੇ ਹਾਂ, ਮਾਝਾ, ਮਾਲਵਾ, ਦੁਆਬਾ, ਪੁਆਧੀ, ਪੋਠੋਹਾਰੀ, ਅਤੇ ਇਹ ਸਾਡੀਆਂ ਵੀ ਬੋਲੀਆਂ ਅਲੱਗ-ਅਲੱਗ ਨੇ। ਸਾਡੀ ਪੰਜਾਬੀ ਮਾਂ ਬੋਲੀ ਇੱਕ ਆ, ਪਰ ਇਹਦੀਆਂ ਵੀ ਉਪ ਬੋਲੀਆਂ ਨੇ। ਸੋ ਇਸੇ ਤਰ੍ਹਾਂ ਸੱਭਿਆਚਾਰ ਦਾ ਵੀ ਇੱਕ ਉਪ ਸੱਭਿਆਚਾਰ ਹੁੰਦਾ। ਜਿਵੇਂ ਕਿ ਇਹ ਜਿਹੜੇ ਉਰੇ ਸਾਡੇ ਵੱਖ-ਵੱਖ ਸਮੁਦਾਇ ਦੇ ਲੋਕ ਰਹਿੰਦੇ ਨੇ, ਉਹਨਾਂ ਦਾ ਰਹਿਣ ਸਹਿਣ ਵੀ ਅਲੱਗ-ਅਲੱਗ ਹੈ, ਖਾਣ ਪੀਣ ਵੀ, ਪਹਿਰਾਵਾ ਇੱਕ ਦੂਜੇ ਨਾਲੋਂ ਵੱਖਰਾ ਹੈ। ਉਂਝ ਅਸੀਂ ਸਾਰੇ ਪੰਜਾਬ ਦੇ ਵਿੱਚ ਹੀ ਰਹਿੰਦੇ ਹਾਂ, ਪਰ ਇੱਥੇ ਹਿੰਦੂ, ਮੁਸਲਿਮ, ਸਿੱਖ, ਈਸਾਈ ਉਹ ਰਹਿੰਦੇ ਸਾਰੇ ਇਕੱਠੇ ਹੋ ਕੇ ਨੇ, ਭਾਈ ਭਾਈ ਬਣ ਕੇ ਨੇ, ਪਰ ਉਹਨਾਂ ਦੀਆਂ ਮਾਨਤਾਵਾਂ, ਰੀਤੀ ਰਿਵਾਜ ਅਲੱਗ-ਅਲੱਗ ਨੇ। ਜੇ ਅਸੀਂ ਰੀਤੀ ਰਿਵਾਜਾਂ ਦੀ ਗੱਲ ਕਰੀਏ ਤਾਂ ਜਿਹੜੇ ਹਿੰਦੂ ਪਰਿਵਾਰ ਦੇ ਲੋਕ ਨੇ ਉਹ ਬਹੁਤ ਜਿਹੜੇ ਪੁਰਾਣੇ ਸਮਿਆਂ ਦੇ ਵਿੱਚ ਉਹ ਜਿਹੜੀ ਉਹਨਾਂ ਦੀਆਂ ਮਰਨ ਦੀਆਂ ਰਸਮਾਂ ਸੀ, ਉਹਨੂੰ ਜਲ ਪ੍ਰਵਾਹ ਕਰ ਦਿੰਦੇ ਸੀ ਆਪਣੀ ਬਾਡੀ ਨੂੰ। ਅਤੇ ਸਿੱਖ ਧਰਮ ਦੇ ਅਤੇ ਹਿੰਦੂ ਦੇ ਹੁਣ ਸਾਂਝੇ ਜਿਹੇ ਸੰਸਕਾਰ ਨੇ, ਅਤੇ ਅਸੀਂ ਮੁਰਦੇ ਨੂੰ ਜਲਾ ਦਿੰਦੇ ਹਾਂ। ਮੁਸਲਮਾਨ ਧਰਮ ਦੇ ਵਿੱਚ ਦਫਨਾ ਦਿੰਦੇ ਨੇ, ਈਸਾਈ ਧਰਮ ਦੇ ਵਿੱਚ ਵੀ ਉਹਨੂੰ ਦਫਨਾਇਆ ਜਾਂਦਾ। ਅਤੇ ਜੇ ਐਵੇਂ ਜਨਮ ਦੀਆਂ ਰਸਮਾਂ ਨੇ, ਵਿਆਹ ਦੀਆਂ ਰਸਮਾਂ ਨੇ, ਜਿਵੇਂ ਸਿੱਖਾਂ ਦੇ ਆਨੰਦ ਕਾਰਜ ਹੁੰਦੇ ਨੇ, ਹਿੰਦੂ ਧਰਮ 'ਚ ਫੇਰੇ ਹੁੰਦੇ ਨੇ, ਮੁਸਲਮਾਨ ਧਰਮ 'ਚ ਨਿਕਾਹ ਹੁੰਦਾ, ਅਤੇ ਜਿਹੜੇ ਈਸਾਈ ਧਰਮ ਦੇ ਵਿੱਚ ਨੇ ਉਹਦੇ ਵਿੱਚ ਉਹ ਗੋਡ ਦੇ ਅੱਗੇ ਪ੍ਰੇਅਰ ਕਰਕੇ ਉੱਥੋਂ ਇੱਕ ਦੂਜੇ ਨੂੰ ਫੁੱਲ ਅਤੇ ਬੁੱਕਾ ਦੇ ਕੇ ਹੀ ਉੱਦਾਂ ਰੱਬ ਦੇ ਅੱਗੇ ਪ੍ਰੇਅਰ ਕਰਕੇ ਉਹ ਸ਼ਾਦੀ ਕਰ ਲੈਂਦੇ ਨੇ।
ਸੋ ਅਸੀਂ ਰਹਿੰਦੇ ਇੱਕ ਮੁਲਕ 'ਚ ਹਾਂ, ਪਰ ਸਾਡੇ ਜਿਹੜਾ ਕਲਚਰ ਹੈ ਉਹ ਵੱਖ-ਵੱਖ ਹੈ। ਇਹਨੂੰ ਅਸੀਂ ਉਪ ਸੱਭਿਆਚਾਰ ਕਹਾਂਗੇ। ਉਂਝ ਸਾਡਾ ਸੱਭਿਆਚਾਰ ਇੱਕ ਹੀ ਆ, ਪਰ ਇਹਦੇ ਵਿੱਚ ਜਿਹੜੀ ਆ ਅਲੱਗਤਾ ਮਿਲਦੀ ਹੈ, ਇਹ ਉਪ ਸੱਭਿਆਚਾਰ ਆ। ਪਰ ਇਸ ਦੇ ਬਾਵਜੂਦ ਸੱਭਿਆਚਾਰਕ ਤੌਰ 'ਤੇ ਇੱਕ ਰੂਪ ਹੈ। ਹੁਣ ਅਸੀਂ ਗੱਲ ਉਹੀ ਫੇਰ ਤੋਂ ਘੁਮਾ ਕੇ ਕੀਤੀ ਆ ਕਿ ਉਂਝ ਪੰਜਾਬ 'ਚ ਰਹਿਣ ਵਾਲਿਆਂ ਦਾ ਕਲਚਰ ਕੀ ਹੈ, ਪੰਜਾਬੀ ਸੱਭਿਆਚਾਰ 'ਚ ਆਉਂਦੇ ਆ, ਪਰ ਇਹਦੇ ਅੰਦਰ ਪੰਜਾਬੀ ਸੱਭਿਆਚਾਰ ਨੂੰ ਵੀ ਉਪ ਭਾਗਾਂ 'ਚ ਵੰਡਿਆ। ਜਿਵੇਂ ਅਸੀਂ ਦੱਸਿਆ ਕਿ ਵੱਖ-ਵੱਖ ਸਮੁਦਾਇ ਜਾਤੀਆਂ ਦੇ ਲੋਕ ਰਹਿੰਦੇ ਨੇ, ਉਹਨਾਂ ਦਾ ਰਹਿਣ ਸਹਿਣ ਅਲੱਗ-ਅਲੱਗ ਹੈ। ਇਸੇ ਕੁਐਸਚਨ ਨੂੰ ਅੱਗੇ ਪੜ੍ਹਦੇ ਹਾਂ ਡਿਟੇਲ ਦੇ ਵਿੱਚ। ਸੱਭਿਆਚਾਰ ਕਿਸੇ ਖਿੱਤੇ ਜਾਂ ਕੌਮ ਦੀ ਸਮੁੱਚੀ ਜੀਵਨ ਜਾਂਚ ਹੈ। ਸਮੁੱਚੀ ਜੀਵਨ ਜਾਂਚ ਵੀ ਉਹ ਕਿੱਦਾਂ ਦਾ ਰਹਿੰਦੇ ਨੇ, ਕਿੱਦਾਂ ਦਾ ਖਾਂਦੇ ਨੇ, ਉਹਨਾਂ ਦਾ ਜਨਮ ਮਰਨ ਵਿਆਹ, ਉਹਨਾਂ ਦੇ ਰਹੁ ਰੀਤੀ ਰਿਵਾਜ, ਖਾਣਾ ਪਹਿਰਾਵਾ, ਬੋਲੀ, ਧਰਮ, ਭਾਸ਼ਾ, ਹਰ ਇੱਕ ਚੀਜ਼ ਨੂੰ ਸਟੱਡੀ ਕਰਦੇ ਹਾਂ ਸੱਭਿਆਚਾਰ ਦੇ ਵਿੱਚ। ਸੱਭਿਆਚਾਰ ਨਿਸ਼ਚੇ ਹੀ ਉਸ ਕੌਮ ਦੇ ਜੀਵਨ ਨਾਲ ਜੁੜੇ ਵੱਖ-ਵੱਖ ਵਿਚਾਰਾਂ, ਮਨੌਤਾਂ, ਰਹਿਣ ਸਹਿਣ, ਕਦਰਾਂ ਕੀਮਤਾਂ, ਖਾਣ ਪੀਣ, ਰੀਤੀ ਰਿਵਾਜਾਂ, ਪਹਿਰਾਵੇ, ਬੋਲੀ, ਤਿੱਥ ਤਿਉਹਾਰਾਂ ਦਾ ਸੁਮੇਲ ਹੈ। ਇਹ ਸੱਭਿਆਚਾਰ ਦੇ ਵਿੱਚ ਇਹ ਸਾਰਾ ਕੁਛ ਹੀ ਆ ਜਾਂਦਾ। ਜਿਵੇਂ ਆਪਾਂ ਗੱਲ ਕਰਕੇ ਹਟੇ ਹਾਂ, ਰਹਿਣ ਸਹਿਣ, ਖਾਣ ਪੀਣ, ਤੁਹਾਡਾ ਹਰ ਇੱਕ ਚੀਜ਼ ਜਿਹਦਾ ਅਧਿਐਨ ਕਰਦੇ ਹਾਂ, ਜਿਹਦੇ ਬਾਰੇ ਪੜ੍ਹਦੇ ਹਾਂ, ਸੁਣਦੇ ਹਾਂ, ਸਮਝਦੇ ਹਾਂ, ਦੁਨੀਆ ਉਹਨੂੰ ਦੇਖਦੀ ਹੈ, ਉਹ ਸੱਭਿਆਚਾਰ ਹੈ। ਜੇ ਅਸੀਂ ਕਹੀਏ ਸੱਭਿਆਚਾਰ ਕੋਈ ਛੋਟੀ ਚੀਜ਼ ਨਹੀਂ, ਸੱਭਿਆਚਾਰ ਦੇ ਵਿੱਚ ਸਮੁੱਚੇ ਜੀਵਨ ਦਾ ਅਧਿਐਨ ਸ਼ਾਮਿਲ ਹੁੰਦਾ ਹੈ। ਉਪ ਸੱਭਿਆਚਾਰ ਕੀ ਹੈ, ਜਿਵੇਂ ਆਪਾਂ ਉੱਪਰੋਂ ਥੋੜ੍ਹੀ ਜਿਹੀ ਐਗਜ਼ਾਮਪਲ ਲਈ ਆ, ਉਹਨੂੰ ਡਿਟੇਲ 'ਚ ਪੜ੍ਹਦੇ ਹਾਂ। ਉਪ ਸੱਭਿਆਚਾਰ ਅਸਲ ਵਿੱਚ ਸੱਭਿਆਚਾਰ ਦਾ ਹੀ ਹਿੱਸਾ ਹੁੰਦਾ ਹੈ। ਜਿਵੇਂ ਆਪਾਂ ਉੱਪਰ ਪਹਿਲਾਂ ਗੱਲ ਕੀਤੀ ਹੈ ਕਿ ਇੱਕ ਪ੍ਰਿੰਸੀਪਲ, ਇੱਕ ਵਾਈਸ ਪ੍ਰਿੰਸੀਪਲ, ਕਿ ਉਹ ਉੱਪਰਲੇ ਦਾ ਹੀ ਹਿੱਸਾ ਹੁੰਦਾ ਹੈ। ਜਿੱਥੇ ਸੱਭਿਆਚਾਰ ਦਾ ਸੰਬੰਧ ਕਿਸੇ ਜਨ ਸਮੂਹ ਨਾਲ ਹੁੰਦਾ ਹੈ, ਜਿਹੜਾ ਸੱਭਿਆਚਾਰ ਹੈ ਕਿਸੇ ਇੱਕ ਸਮੁਦਾਇ, ਇੱਕ ਸਮਜਾਤੀ ਦਾ ਸੱਭਿਆਚਾਰ ਦੀ ਅਸੀਂ ਗੱਲ ਕਰ ਲਈਏ, ਉੱਥੇ ਕਹਿੰਦਾ ਉਪ ਸੱਭਿਆਚਾਰ ਦਾ ਸੰਬੰਧ ਸਥਾਨਕ ਖਿੱਤਿਆਂ ਨਾਲ ਹੁੰਦਾ, ਵੀ ਵੱਖ-ਵੱਖ ਸਮੁਦਾਵਾਂ ਨਾਲ ਹੁੰਦਾ। ਉਪ ਸੱਭਿਆਚਾਰ ਦੇ ਵਿੱਚ ਅਸੀਂ ਵੱਖ-ਵੱਖ, ਜੇ ਅਸੀਂ ਸੱਭਿਆਚਾਰ ਦੇ ਵੀ ਪੰਜਾਬੀ ਸੱਭਿਆਚਾਰ, ਉਹ ਪੰਜਾਬੀਆਂ ਨਾਲ ਸੰਬੰਧਿਤ ਹੈ। ਜਿਹੜਾ ਉਪ ਸੱਭਿਆਚਾਰ ਆ ਉਹ ਹਿੰਦੂ, ਮੁਸਲਿਮ, ਸਿੱਖ, ਈਸਾਈ ਸਾਰਿਆਂ ਦੇ ਵੱਖ-ਵੱਖ ਸਮੁਦਾਵਾਂ ਨਾਲ, ਵੱਖ-ਵੱਖ ਖਿੱਤਿਆਂ ਨਾਲ ਸੰਬੰਧ ਰੱਖਦਾ ਹੈ। ਸਮਾਜ ਵਿੱਚ ਵਿਚਰਦਿਆਂ ਵੱਖ-ਵੱਖ ਜਾਤਾਂ, ਕਿੱਤਿਆਂ, ਜ਼ੁਬਾਨਾਂ, ਧਰਮਾਂ ਆਦਿ ਨਾਲ ਸੰਬੰਧ ਰੱਖਣ ਵਾਲੇ ਸਮੂਹਾਂ ਦੇ ਆਧਾਰ 'ਤੇ ਅਪਣਾਏ ਗਏ ਜੀਵਨ ਢੰਗ ਨੂੰ ਉਪ ਸੱਭਿਆਚਾਰ ਕਹਿੰਦੇ ਨੇ। ਮਤਲਬ ਇੱਕ ਮੇਨ ਕਲਚਰ ਤੋਂ ਬਿਨਾਂ ਜਦੋਂ ਅਸੀਂ ਦੂਏ ਵੱਖ-ਵੱਖ ਕਲਚਰਾਂ ਦੀ ਸਟੱਡੀ ਕਰਦੇ ਹਾਂ, ਉਪ ਸੱਭਿਆਚਾਰ ਆ ਜਾਂਦਾ। ਜਦੋਂ ਸੱਭਿਆਚਾਰ ਨੂੰ ਇਲਾਕਾਈ ਮਤਲਬ ਜਿਵੇਂ ਆਪਾਂ ਕਹਿੰਦੇ ਵੀ ਪੰਜਾਬ ਦੇ ਇਸ ਇਲਾਕੇ ਦਾ ਗੱਲ ਕਰੀਏ, ਇਲਾਕਾਈ, ਭਾਸ਼ਾਈ ਅਤੇ ਧਾਰਮਿਕ ਭਿੰਨਤਾ ਕਰਕੇ ਵੰਡਿਆ ਜਾਂਦਾ ਹੈ, ਤਾਂ ਉਹ ਜੀਵਨ ਜਾਂਚ ਉਪ ਸੱਭਿਆਚਾਰ ਹੁੰਦਾ ਹੈ। ਜਿਵੇਂ ਅਸੀਂ ਮਾਲਵੇ ਦੀ ਗੱਲ ਕਰਦੇ ਹਾਂ ਬੇਟਾ, ਇੱਥੋਂ ਦਾ ਥੋੜ੍ਹਾ ਜਿਹਾ ਸਾਡਾ ਕਲਚਰ ਅਲੱਗ ਤੋਂ ਆ। ਮਾਝਾ, ਇਹਨਾਂ ਦਾ ਕਲਚਰ ਥੋੜ੍ਹਾ ਅਲੱਗ ਹੈ। ਦੁਆਬਾ, ਇਹਨਾਂ ਦਾ ਅਲੱਗ ਆ। ਪੁਆਧ ਦੇ ਇਲਾਕੇ ਦਾ ਅਲੱਗ ਆ। ਸੋ ਹੈ ਤਾਂ ਇਹ ਇੱਕੇ ਸੱਭਿਆਚਾਰ ਦੇ ਹਿੱਸੇ ਨੇ, ਪਰ ਜਦੋਂ ਅਸੀਂ ਇਹਨਾਂ ਨੂੰ ਮਾਝੇ ਵਾਲਿਆਂ ਨੂੰ ਸਟੱਡੀ ਕਰਦੇ ਹਾਂ ਕਿ ਭਰਾ ਕੀ ਕਰਨ ਡਿਆ ਜੇ, ਹੁਣ ਆਪਾਂ ਇਹਦੇ ਬਾਰੇ ਉਹ ਕੀ ਕਰਦਾ ਸੀ, ਅਤੇ ਲੁਧਿਆਣੇ ਵਾਲੇ ਕੀ ਕਰਦਾ ਵਾ, ਮੈਂ ਜਾਂਦਾ ਵਾਂ, ਮੈਂ ਖਾਂਦਾ ਵਾਂ, ਮੈਂ ਨਹਾਉਂਦਾ ਵਾਂ, ਹੈਗੇ ਤਾਂ ਪੰਜਾਬੀ ਸੱਭਿਆਚਾਰ ਦੇ ਹੀ ਅੰਗ ਨੇ। ਪਰ ਜਦੋਂ ਅਸੀਂ ਇੱਕ ਉਹ ਖਿੱਤੇ ਤੋਂ ਬਿਨਾਂ, ਇੱਕ ਇਲਾਕੇ ਤੋਂ ਬਿਨਾਂ, ਅਸੀਂ ਮਾਲਵੇ ਖਿੱਤੇ ਤੋਂ ਬਿਨਾਂ ਜਦੋਂ ਅਸੀਂ ਮਾਝੇ ਖਿੱਤੇ ਦੀ ਗੱਲ ਕਰਦੇ ਹਾਂ, ਤਾਂ ਜਿਹੜਾ ਮਾਲਵਾ ਬੇਟਾ ਉਹ ਹੈਗਾ ਤਾਂ ਪੰਜਾਬ ਦਾ ਹੀ ਹਿੱਸਾ। ਮਾਲਵਾ ਇਲਾਕਾ ਪੰਜਾਬੀ ਸੱਭਿਆਚਾਰ ਦੀ ਉਹ ਗੱਲ ਕਰ ਰਹੇ ਹਾਂ। ਅਤੇ ਜਦੋਂ ਅਸੀਂ ਮਾਲਵੇ ਤੋਂ ਬਿਨਾਂ ਮਾਝੇ ਦੀ ਗੱਲ ਕਰਦੇ ਹਾਂ, ਤਾਂ ਜਦੋਂ ਉਹਨਾਂ ਦੀ ਭਾਸ਼ਾ ਦੀ ਗੱਲ ਕਰਦੇ ਹਾਂ, ਉਹਨਾਂ ਦਾ ਰਹਿਣ ਸਹਿਣ, ਰੀਤੀ ਰਿਵਾਜ ਜਿਹੜੇ ਮਾਲਵੇ ਨਾਲੋਂ ਅਲੱਗ ਨੇ, ਤਾਂ ਬੇਟਾ ਉਹ ਇੱਕ ਸੱਭਿਆਚਾਰ ਦਾ ਉਪ ਸੱਭਿਆਚਾਰ ਹੋ ਗਿਆ। ਹੈਗਾ ਤਾਂ ਉਹਦਾ ਹੀ ਅੰਗ, ਪਰ ਉਹਦੇ ਵਿੱਚ ਬੋਲੀ, ਭਾਸ਼ਾ, ਰਹਿਣ ਸਹਿਣ ਇਹ ਸੱਭਿਆਚਾਰ ਨਾਲੋਂ ਥੋੜ੍ਹੀ ਡਿਫਰੈਂਟ ਹੈ, ਤਾਂ ਉਹਨੂੰ ਅਸੀਂ ਉਪ ਸੱਭਿਆਚਾਰ ਬੋਲਦੇ ਹਾਂ। ਇਸ ਤਰ੍ਹਾਂ ਭਾਸ਼ਾ ਹੈ, ਜੇ ਅਸੀਂ ਪੰਜਾਬੀ ਦੀ ਗੱਲ ਕਰਦੇ ਹਾਂ, ਸਾਡੀ ਮਾਤ ਭਾਸ਼ਾ ਪੰਜਾਬੀ ਹੈ, ਪਰ ਪੰਜਾਬੀ ਦੀਆਂ ਉਪ ਭਾਸ਼ਾਵਾਂ ਵੀ ਨੇ। ਇਸੇ ਤਰ੍ਹਾਂ ਉਪ ਭਾਸ਼ਾਵਾਂ ਮਤਲਬ ਇਲਾਕਾਈ ਭਿੰਨਤਾ, ਜਿਵੇਂ ਆਪਾਂ ਕਹਿੰਦੇ ਮਾਝਾ, ਮਾਲਵਾ, ਦੁਆਬਾ, ਪੁਆਧੀ, ਪੋਠੋਹਾਰੀ, ਇਹ ਜਿਹੜੀ ਭਾਸ਼ਾ ਹੈਗੀ ਤਾਂ ਇਹ ਪੰਜਾਬੀ ਸੱਭਿਆਚਾਰ ਦਾ ਹੀ ਅੰਗ ਨੇ, ਪਰ ਇਹ ਇਲਾਕਿਆਂ ਮੁਤਾਬਕ ਇਹ ਵੰਡੀ ਗਈ, ਇਹਨੂੰ ਅਸੀਂ ਉਪ ਭਾਸ਼ਾਵਾਂ ਬੋਲਦੇ ਹਾਂ ਪੰਜਾਬੀ ਦੀਆਂ। ਸੋ ਇਸੇ ਤਰ੍ਹਾਂ ਸੱਭਿਆਚਾਰ ਆ ਬੇਟਾ। ਸੱਭਿਆਚਾਰ ਆਪਣੇ ਆਪ 'ਚ ਪੰਜਾਬ, ਮਤਲਬ ਜਿਵੇਂ ਅਸੀਂ ਪੰਜਾਬੀ ਭਾਸ਼ਾ ਨੂੰ ਲੈਂਦੇ ਹਾਂ, ਉਸੇ ਤਰ੍ਹਾਂ ਅਸੀਂ ਪੰਜਾਬ ਨੂੰ ਲੈਣਾ ਕਿ ਪੰਜਾਬ ਸੱਭਿਆਚਾਰ। ਅਤੇ ਜਿਵੇਂ ਅਸੀਂ ਪੰਜਾਬੀ ਮਾਤ ਭਾਸ਼ਾ ਲੈਂਦੇ ਹਾਂ,
ਕਿ ਅੱਗੇ ਪੰਜਾਬੀ ਨੂੰ ਅਲੱਗ-ਅਲੱਗ ਖਿੱਤਿਆਂ ਦੇ ਵਿੱਚ ਜਿਵੇਂ ਵੰਡਿਆ ਗਿਆ, ਮਾਝਾ, ਮਾਲਵਾ, ਦੁਆਬਾ 'ਚ ਪੰਜਾਬੀ ਅਲੱਗ-ਅਲੱਗ ਬੋਲੀ ਜਾਂਦੀ ਹੈ। ਉਸੇ ਤਰ੍ਹਾਂ ਬੇਟਾ ਇਹ ਸੱਭਿਆਚਾਰ ਹੈ। ਸੱਭਿਆਚਾਰ ਆਪਣੇ ਆਪ 'ਚ ਇੱਕ ਵੱਡੀ ਸੰਸਥਾ, ਉਹਦੀਆਂ ਥੱਲੇ ਛੋਟੀਆਂ ਬ੍ਰਾਂਚਿਸ ਨੇ, ਮਾਝਾ, ਮਾਲਵਾ, ਦੁਆਬਾ, ਜਿਹੜੀਆਂ ਇਹ 4 ਇਲਾਕਿਆਂ 'ਚ ਪੰਜਾਬ ਨੂੰ ਵੰਡਿਆ ਗਿਆ। ਸੋ ਇਸੇ ਤਰ੍ਹਾਂ ਜਿਹੜੀ ਅਸੀਂ ਪੰਜਾਬੀ ਭਾਸ਼ਾ ਦੀ ਸਟੱਡੀ ਜਦੋਂ ਕਰਦੇ ਹਾਂ, ਪੰਜਾਬੀ ਭਾਸ਼ਾ ਦੇ ਅਲੱਗ-ਅਲੱਗ ਰੂਪ ਨੇ, ਉਹਨਾਂ ਨੂੰ ਅਸੀਂ ਥੱਲੇ ਆ ਕੇ ਕਹਿੰਦੇ ਉਪ ਭਾਸ਼ਾਵਾਂ। ਸੋ ਇਸੇ ਤਰ੍ਹਾਂ ਪੰਜਾਬੀ ਸੱਭਿਆਚਾਰ ਦਾ ਜਦੋਂ ਥੱਲੇ ਮਾਝਾ, ਮਾਲਵਾ, ਦੁਆਬੇ 'ਚ ਜਾ ਕੇ ਅਸੀਂ ਸਟੱਡੀ ਕਰਦੇ ਹਾਂ ਤਾਂ ਇਹ ਵੀ ਇਹਦਾ ਉਪ ਸੱਭਿਆਚਾਰ ਬਣ ਜਾਂਦਾ ਹੈ। ਜਿਵੇਂ ਕਿ ਉਦਾਹਰਨ ਦੇ ਤੌਰ 'ਤੇ ਭਾਰਤੀ ਸੱਭਿਆਚਾਰ ਦੇ ਪੱਖ ਤੋਂ ਦੇਖਿਆ ਜਾਵੇ ਤਾਂ ਬੰਗਾਲੀ, ਪੰਜਾਬੀ, ਹਰਿਆਣਵੀ, ਰਾਜਸਥਾਨੀ ਆਦਿ ਭਾਰਤੀ ਸੱਭਿਆਚਾਰ ਦੇ ਉਪ ਸੱਭਿਆਚਾਰ ਹਨ। ਇਹ ਭਾਰਤੀ ਸੱਭਿਆਚਾਰ ਦੇ ਬੋਲਦੇ ਆ ਬੇਟਾ, ਪੰਜਾਬੀ ਸੱਭਿਆਚਾਰ ਦੇ ਨਹੀਂ, ਭਾਰਤੀ ਸੱਭਿਆਚਾਰ ਦੇ, ਕਿਉਂਕਿ ਇਹਨਾਂ ਨੂੰ ਸਟੇਟਾਂ 'ਚ ਵੰਡਤਾ। ਹੁਣ ਪਹਿਲਾਂ ਅਸੀਂ ਪੰਜਾਬੀ ਸੱਭਿਆਚਾਰ ਨੂੰ ਇਲਾਕਿਆਂ 'ਚ ਵੰਡ ਕੇ ਸਮਝਿਆ। ਜੇ ਹੁਣ ਅਸੀਂ ਭਾਰਤ ਦੇ ਸੱਭਿਆਚਾਰ ਨੂੰ ਸਮਝਣਾ ਹੋਵੇ ਬੇਟਾ ਵੀ ਭਾਰਤ ਦਾ ਕਲਚਰ ਕਿੱਦਾਂ ਦਾ, ਤਾਂ ਜੇ ਬੇਟਾ ਰਾਜਸਥਾਨ ਵਾਲਿਆਂ ਦੇ ਉਹਨਾਂ ਦਾ ਅਲੱਗ ਹੋਊਗਾ, ਹਰਿਆਣਵੀਆਂ ਦਾ ਅਲੱਗ ਹੋਊ, ਪੰਜਾਬੀਆਂ ਦਾ ਅਲੱਗ ਹੋਊ, ਬੰਗਾਲੀਆਂ ਦਾ ਅਲੱਗ ਹੋਊ। ਅਤੇ ਜਿਨ੍ਹਾਂ ਦਾ ਪੰਜਾਬੀਆਂ ਦਾ ਹਰਿਆਣੇ ਵਾਲਿਆਂ ਨਾਲ ਖਾਣ ਪੀਣ ਨਹੀਂ ਮਿਲਦਾ, ਹਰਿਆਣੇ ਵਾਲਿਆਂ ਦਾ ਰਾਜਸਥਾਨ ਵਾਲਿਆਂ ਨਾਲ ਨਹੀਂ ਮਿਲਦਾ, ਰਾਜਸਥਾਨ ਵਾਲਿਆਂ ਦਾ ਬੰਗਾਲੀਆਂ ਨਾਲ ਨਹੀਂ ਮਿਲਦਾ, ਇਹ ਭਾਰਤ ਦਾ ਉਪ ਸੱਭਿਆਚਾਰ ਹੈ। ਸੋ ਮੈਨੂੰ ਲੱਗਦਾ ਕਿ ਤੁਸੀਂ ਇਹ ਗੱਲ ਨੂੰ ਫੋਲੋ ਕੀਤਾ ਹੋਊਗਾ ਕਿ ਇੱਕ ਵੱਡਾ ਸਿਸਟਮ ਹੈ, ਉਹ ਆਪਣਾ ਉਹਨੂੰ ਅਸੀਂ ਉਹਦਾ ਮੇਨ ਨਾਮ ਦੇਤਾ। ਅਤੇ ਜਦੋਂ ਅਸੀਂ ਵੱਖ-ਵੱਖ ਇਲਾਕਿਆਂ 'ਚ ਜਾਂ ਵੱਖ-ਵੱਖ ਭਾਗਾਂ 'ਚ ਜਾ ਕੇ ਉਹਦਾ ਅਧਿਐਨ ਕਰਦੇ ਹਾਂ, ਉੱਥੇ ਜਿਹੜੀ ਭਿੰਨਤਾ ਉਹਦਾ ਉਪ ਸੱਭਿਆਚਾਰ ਹੁੰਦਾ। ਸੱਭਿਆਚਾਰ ਅੱਗੇ ਅਸੀਂ ਪੜ੍ਹਦੇ ਹਾਂ, ਰਾਜਸਥਾਨੀ ਆਦਿ ਭਾਰਤੀ ਸੱਭਿਆਚਾਰ ਦੇ ਉਪ ਸੱਭਿਆਚਾਰ ਹਨ। ਹੋਰ ਸੌਖੀ ਤਰ੍ਹਾਂ ਸਮਝਣ ਲਈ, ਜਿੱਥੇ ਪੰਜਾਬ ਰਾਜ ਦਾ ਆਪਣਾ ਪੰਜਾਬੀ ਸੱਭਿਆਚਾਰ ਹੈ, ਉੱਥੇ ਇਸ ਦੇ ਵੱਖ-ਵੱਖ ਭੂਗੋਲਿਕ ਖਿੱਤਿਆਂ ਜਿਵੇਂ ਮਾਝਾ, ਮਾਲਵਾ, ਦੁਆਬਾ ਅਤੇ ਪੁਆਧ ਵਿੱਚ ਇਲਾਕਾਈ ਵਿਸ਼ੇਸ਼ਤਾਵਾਂ ਅਤੇ ਵੱਖਰਤਾਵਾਂ ਕਾਰਨ ਇਹੀ ਪੰਜਾਬੀ ਸੱਭਿਆਚਾਰ ਕ੍ਰਮਵਾਰ ਮਾਝੀ, ਮਲਵਈ, ਦੁਆਬੀ ਅਤੇ ਪੁਆਧੀ ਉਪ ਸੱਭਿਆਚਾਰਾਂ ਵਜੋਂ ਜਾਣੇ ਜਾਂਦੇ ਹਨ। ਸੋ ਜਿਵੇਂ ਆਪਾਂ ਪਹਿਲਾਂ ਬਹੁਤ ਖੁੱਲ੍ਹ ਕੇ ਵਿਚਾਰ ਕੀਤੀ ਹੈ, ਸੋ ਆਓ ਅਸੀਂ ਇਹ ਸੱਭਿਆਚਾਰ ਦੇ ਉਪ ਸੱਭਿਆਚਾਰ ਵਾਲੇ ਕੁਐਸਚਨ ਨੂੰ ਕਲੀਅਰ ਕਰ ਲਈਏ। ਇੱਥੇ ਇਸ ਗ੍ਰਾਫ ਦੇ ਮਾਧਿਅਮ ਰਾਹੀਂ ਸੈਂਟਰ ਦੇ ਵਿੱਚ ਕੀ ਹੈ ਕਿ ਪੰਜਾਬੀ ਸੱਭਿਆਚਾਰ। ਹੁਣ ਇਹ ਜਿਹਦੇ ਵਿੱਚ ਖਾਣਾ, ਰਹਿਣ ਸਹਿਣ, ਸਾਰੀਆਂ ਚੀਜ਼ਾਂ ਨੂੰ ਅਸੀਂ ਰੱਖ ਲਓ ਕਿ ਇਹ ਚੀਜ਼ਾਂ ਪੰਜਾਬੀ ਸੱਭਿਆਚਾਰ ਦਾ ਹਿੱਸਾ ਨੇ। ਜਦੋਂ ਅਸੀਂ ਇਹ ਮੇਨ ਪੰਜਾਬੀ ਸੱਭਿਆਚਾਰ ਆ ਵੀ ਇੱਥੋਂ ਦਾ ਖਾਣਾ, ਬੋਲੀ, ਭਾਸ਼ਾ, ਰਹਿਣ ਸਹਿਣ ਸਾਰਾ ਕੁਛ, ਅਤੇ ਤਿਉਹਾਰ, ਗੁਰੂ ਪੀਰ ਪੈਗੰਬਰ। ਹੁਣ ਜਿਹੜੇ ਗੁਰੂ ਪੀਰ ਪੈਗੰਬਰ ਨੇ ਉਹ ਸਾਰਿਆਂ ਦੇ ਸੇਮ ਨੇ। ਜੇ ਅਸੀਂ ਗੱਲ ਕਰਦੇ ਹਾਂ ਕਿ ਇਹਨਾਂ ਨੂੰ ਪੰਜਾਬੀ ਸੱਭਿਆਚਾਰ ਨੂੰ ਜਦੋਂ ਵੀ ਡਿਟੇਲ 'ਚ ਜਾਣਕਾਰੀ ਲੈਂਦੇ ਹਾਂ, ਜਦੋਂ ਅਸੀਂ ਦੁਆਬੇ ਇਲਾਕੇ 'ਚ ਜਾਂਦੇ ਹਾਂ, ਉਹਨਾਂ ਦੇ ਰੀਤੀ ਰਿਵਾਜ ਹੋਰ ਨੇ, ਪਰ ਉਹ ਅੰਗ ਕਿਹਦੇ ਨੇ? ਪੰਜਾਬੀ ਸੱਭਿਆਚਾਰ ਦੇ। ਜੋ ਅਸੀਂ ਮਲਵਈ ਇਲਾਕੇ 'ਚ ਜਾਂਦੇ ਹਾਂ, ਉੱਥੋਂ ਦਾ ਰਹਿਣ ਸਹਿਣ, ਖਾਣ ਪੀਣ, ਮਾਨਤਾਵਾਂ ਹੋਰ ਨੇ। ਜੇ ਅਸੀਂ ਮਾਝੀ ਦੇ ਵਿੱਚ ਜਾਂਦੇ ਹਾਂ, ਮਾਝੇ ਇਲਾਕੇ ਦੇ ਵਿੱਚ, ਉੱਥੋਂ ਦਾ ਜਿਹੜਾ ਰਹਿਣ ਸਹਿਣ ਅਤੇ ਖਾਣ ਪੀਣ, ਪਹਿਨ ਪਚਰਨ ਹੋਰ ਆ। ਅਤੇ ਫਿਰ ਜੇ ਅਸੀਂ ਪੁਆਧ ਦੇ ਇਲਾਕੇ ਦੇ ਵਿੱਚ ਜਾਂਦੇ ਹਾਂ ਤਾਂ ਉੱਥੋਂ ਦਾ ਵੀ ਸਾਨੂੰ ਜਿਹੜਾ ਰਹਿਣ ਸਹਿਣ ਅਲੱਗ ਲੱਗਦਾ। ਤਾਂ ਬੇਟਾ ਜਿਹੜੇ ਇਹ ਨੇ ਪੁਆਧੀ, ਦੁਆਬੀ, ਮਲਵਈ ਅਤੇ ਮਾਝੀ, ਇਹ ਪੰਜਾਬੀ ਸੱਭਿਆਚਾਰ ਦੇ ਉਪ ਸੱਭਿਆਚਾਰ ਨੇ। ਇਹੀ ਪੰਜਾਬੀ ਬੋਲੀ ਦੀਆਂ ਉਪ ਬੋਲੀਆਂ ਨੇ, ਜੇ ਅਸੀਂ ਬੋਲੀ ਦੇ ਹਿਸਾਬ ਨਾਲ ਇਹਨੂੰ ਸਮਝਣਾ ਹੋਵੇ। ਅੱਗੇ ਪੜ੍ਹਦੇ ਹਾਂ ਕਿ ਪੰਜਾਬੀ ਸੱਭਿਆਚਾਰ ਦੇ ਇਤਿਹਾਸਿਕ ਪਿਛੋਕੜ ਬਾਰੇ ਤੁਸੀਂ ਕੀ ਜਾਣਦੇ ਹੋ। ਹੁਣ ਜੇ ਪੰਜਾਬੀ ਕਲਚਰ ਜਿਹੜਾ ਇਹ ਪੰਜਾਬੀ ਸੱਭਿਆਚਾਰ ਆ, ਇਹਦਾ ਪਿਛੋਕੜ ਕੀ ਰਿਹਾ ਹੋਊਗਾ, ਆਓ ਪੜ੍ਹਦੇ ਹਾਂ ਕਿ ਭਾਰਤੀ ਸੱਭਿਆਚਾਰ ਅਸਲ ਵਿੱਚ ਪੰਜਾਬੀ ਸੱਭਿਆਚਾਰ ਦੀ ਧਾਰਾ ਆਰੀਆ ਜਾਤੀ ਦੇ ਇਤਿਹਾਸ ਨਾਲ ਪ੍ਰਮੁੱਖ ਰੂਪ ਵਿੱਚ ਜੁੜੀ ਹੋਈ ਹੈ। ਵੈਦਿਕ ਸੱਭਿਆਚਾਰ ਦੇ ਮਹਾਨ ਗ੍ਰੰਥ ਅਤੇ ਭਾਰਤੀ ਸੱਭਿਅਤਾ ਦਾ ਮਹਾਨ ਸਰੋਤ ਰਿਗਵੇਦ ਪੰਜਾਬ ਦੇ ਦਰਿਆਵਾਂ ਦੇ ਕੰਢਿਆਂ 'ਤੇ ਰਚਿਆ ਗਿਆ ਹੈ। ਪੰਜਾਬੀ ਸੱਭਿਆਚਾਰ ਨੂੰ ਭਾਰਤੀ ਸੱਭਿਆਚਾਰ ਦਾ ਪਹਿਲਾ ਪੜਾਅ ਮੰਨਿਆ ਜਾਂਦਾ ਹੈ। ਸੋ ਬੇਟਾ ਜੇ ਦੇਖਣਾ ਹੋਵੇ ਨਾ, ਜਦੋਂ ਭਾਰਤ ਦੇ ਸੱਭਿਆਚਾਰ ਦੀ ਗੱਲ ਚੱਲਦੀ ਆ ਤਾਂ ਉਹਦੇ ਲਈ ਨਾ ਜਿਹੜੇ ਸਾਡੇ ਪੁਰਾਣੇ ਗ੍ਰੰਥ ਨੇ, ਰਿਗਵੇਦ, ਸਾਮਵੇਦ, ਆਯੁਰਵੇਦ, ਯਜੁਰਵੇਦ, ਜਿਹੜੇ ਵੇਦ ਨੇ ਜਾਂ ਸਾਡੇ ਮਹਾਨ ਜਿਹੜੇ ਗ੍ਰੰਥ ਨੇ, ਕਹਿੰਦੇ ਉਹਨਾਂ ਦੀ ਰਚਨਾ ਪੰਜਾਬ ਦੇ ਵਿੱਚ ਦਰਿਆਵਾਂ ਦੇ ਕੰਢਿਆਂ 'ਤੇ ਰਚੀ ਗਈ ਆ। ਸੋ ਜਿਹੜਾ ਪੰਜਾਬ ਆ, ਭਾਰਤ ਦੇ ਸੱਭਿਆਚਾਰ ਦਾ ਬਹੁਤ ਵੱਡਾ ਜਿਹੜਾ ਹਿੱਸਾ ਹੈ ਉਹ ਇੱਥੋਂ ਸ਼ੁਰੂ ਹੁੰਦਾ। ਪੰਜਾਬੀ ਸੱਭਿਆਚਾਰ ਨੂੰ ਭਾਰਤੀ ਸੱਭਿਆਚਾਰ ਦਾ ਪਹਿਲਾ ਪੜਾਅ ਮੰਨਿਆ ਜਾਂਦਾ ਹੈ। ਪੰਜਾਬ ਨਾ ਸਿਰਫ ਹਿੰਦੁਸਤਾਨ ਦਾ ਪ੍ਰਵੇਸ਼ ਦੁਆਰ ਰਿਹਾ, ਸਗੋਂ ਹਿੰਦੁਸਤਾਨ ਦੇ ਨਾਮਕਰਨ ਵਿੱਚ
ਇਸ ਖਿੱਤੇ ਦੀ ਵਿਸ਼ੇਸ਼ ਭੂਮਿਕਾ ਰਹੀ ਹੈ। ਹੁਣ ਬੇਟਾ ਜਦੋਂ ਹਿੰਦੁਸਤਾਨ ਅਸੀਂ ਕਹਿੰਦੇ ਕਿ ਹਿੰਦੂਆਂ ਦਾ ਦੇਸ਼, ਕਹਿੰਦੇ ਜਦੋਂ ਇਹਦੇ ਵਿੱਚ ਐਂਟਰ ਕਰਦੇ ਸੀ ਨਾ ਬਾਹਰਲੇ ਹਮਲਾਵਰ, ਤਾਂ ਉਹਦੇ ਲਈ ਜਿਹੜਾ ਜਿਵੇਂ ਅਸੀਂ ਕਿਤੇ ਘਰ ਦੇ ਜਾਂ ਕਿਲੇ ਦੇ ਵਿੱਚ ਐਂਟਰ ਕਰਨਾ ਹੋਵੇ ਤਾਂ ਕਿਲੇ ਦਾ ਜਿਹੜਾ ਗੇਟ ਹੈ, ਤਾਂ ਭਾਰਤ ਦਾ ਜਿਹੜਾ ਗੇਟ ਹੈ ਉਹ ਪੰਜਾਬ ਆ। ਇੱਥੋਂ ਦੀ ਜਿਹੜੇ ਹਮਲਾਵਰ ਸੀ ਪੰਜਾਬ ਵਿੱਚ ਦੀ ਹੁੰਦੇ ਹੋਏ ਅੱਗੇ ਹਿੰਦੁਸਤਾਨ 'ਤੇ ਹਮਲਾ ਕਰਦੇ ਸੀ। ਇਹਨੂੰ ਪ੍ਰਵੇਸ਼ ਦੁਆਰ ਰੱਖਿਆ ਗਿਆ ਕਿ ਕਹਿੰਦੇ ਜਦੋਂ ਹਿੰਦੁਸਤਾਨ ਦਾ ਨਾਮਕਰਨ ਹੋਇਆ ਨਾ, ਇਸ ਖਿੱਤੇ ਦੀ ਵਿਸ਼ੇਸ਼ ਭੂਮਿਕਾ ਰਹੀ ਹੈ ਪੰਜਾਬ ਦੀ। ਰਿਗਵੈਦਿਕ ਕਾਲ ਵਿੱਚ ਪੰਜਾਬ 7 ਦਰਿਆਵਾਂ ਦੀ ਧਰਤੀ ਹੋਣ ਕਰਕੇ ਸਪਤ ਸਿੰਧੂ ਨਾਮ ਦੇ ਨਾਲ ਇਸ ਨੂੰ ਜਾਣਿਆ ਜਾਂਦਾ ਸੀ ਪਹਿਲਾਂ। ਅਤੇ ਕਿਹਾ ਜਾਂਦਾ ਹੈ ਕਿ ਜਦੋਂ ਬੇਟਾ ਰਿਗਵੇਦ ਦਾ ਸਮਾਂ ਸੀ ਨਾ, ਜਦੋਂ ਰਿਗਵੈਦਿਕ ਕਾਲ ਸੀ, ਉਸ ਟਾਈਮ ਜਦੋਂ ਰਿਗਵੇਦ ਲਿਖੇ ਗਏ, ਵੇਦਾਂ ਦੇ ਸਮੇਂ ਦੀ ਗੱਲ ਦੱਸੀਏ, ਤਾਂ ਉਸ ਟਾਈਮ ਕਹਿੰਦੇ ਪੰਜਾਬ ਦੇ ਵਿੱਚ 7 ਦਰਿਆ ਵਗਦੇ ਸਨ। ਇਸ ਕਰਕੇ ਰਿਗਵੇਦ ਕਾਲ ਦੇ ਸਮੇਂ ਇਹਨੂੰ ਸਪਤ ਸਿੰਧੂ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਫਿਰ ਉਸ ਤੋਂ ਬਾਅਦ ਅਗਲਾ ਸਮਾਂ ਮਹਾਭਾਰਤ ਯੁੱਗ, ਜਦੋਂ ਮਹਾਭਾਰਤ ਦਾ ਯੁੱਗ ਰਿਹਾ, ਉਸ ਵਿੱਚ ਉਸ ਸਮੇਂ ਪੰਚਨਾਦ ਭਾਵ 5 ਨਦੀਆਂ ਦੀ ਧਰਤੀ ਕਿਹਾ ਜਾਂਦਾ ਸੀ ਪੰਜਾਬ ਨੂੰ ਜਾਂ ਇੰਡੀਆ ਨੂੰ। ਇੱਥੇ ਪੰਜਾਬ ਨੂੰ ਕਿਹਾ ਜਾਣ ਲੱਗ ਪਿਆ, 5 ਨਦੀਆਂ ਦੀ ਧਰਤੀ ਕਿਹਾ ਜਾਣ ਲੱਗਾ। ਫਿਰ ਮੁਸਲਮਾਨਾਂ ਦੇ ਆਉਣ ਨਾਲ ਫਾਰਸੀ ਭਾਸ਼ਾ ਕਾਰਨ ਪੰਜ ਆਬ ਭਾਵ, ਹੁਣ ਬੇਟਾ ਇੱਥੇ ਸੰਸਕ੍ਰਿਤਿਕ ਪਹਿਲਾਂ ਹਿੰਦੀ ਭਾਸ਼ਾ ਦਾ ਸੰਸਕ੍ਰਿਤਿਕ ਭਾਸ਼ਾ ਦਾ ਬੋਲਬਾਲਾ ਸੀ, ਅਤੇ ਫਿਰ ਬੇਟਾ ਉਰਦੂ ਭਾਸ਼ਾ ਆ ਗਈ, ਕਿਉਂਕਿ ਫਿਰ ਹੁਣ ਇੱਥੇ ਜਿਹੜਾ ਮੁਸਲਮਾਨ ਹਮਲਾਵਰ ਆਏ ਉਹਨਾਂ ਦਾ ਰਾਜ ਹੋਇਆ, ਅਤੇ ਮੁਸਲਮਾਨ ਜਿਹੜੇ ਆਏ ਬੇਟਾ ਉਹਨੇ ਫਾਰਸੀ ਭਾਸ਼ਾ ਦਾ ਉਰੇ ਪ੍ਰਯੋਗ ਕੀਤਾ। ਪਹਿਲਾਂ ਉਹਨੂੰ 5 ਨਾਦ 5 ਨਦੀਆਂ ਦਾ ਮੁਲਕ ਕਿਹਾ ਜਾਣ ਲੱਗ ਪਿਆ। ਫਿਰ ਉਹਨੂੰ 5 ਆਬ, ਆਬ ਤੋਂ ਭਾਵ ਹੁੰਦਾ ਦਰਿਆ, 5 ਦਰਿਆਵਾਂ ਦੀ ਧਰਤੀ, ਪਾਣੀਆਂ ਦੀ ਧਰਤੀ ਕਿਹਾ ਜਾਣ ਲੱਗ ਪਿਆ। ਫਿਰ ਬੇਟਾ ਜਿਹੜਾ ਕਲਚਰ ਆਇਆ ਪਾਇਣੀ, ਇਹ ਇੱਕ ਉਸ ਸਮੇਂ ਦੀ ਗੱਲ ਆ ਬੇਟਾ ਜਦੋਂ ਇਹ ਗ੍ਰੰਥ ਲਿਖੇ ਜਾਂਦੇ ਨੇ। ਅੱਗੇ ਪਾਇਣੀ ਨਾਂ ਦਾ ਨਿਯਮਬੱਧ ਵਿਆਕਰਨ ਗ੍ਰੰਥ ਵੀ ਇਸੇ ਧਰਤੀ 'ਤੇ ਰਚਿਆ ਗਿਆ। ਹੁਣ ਇਹ ਉਹ ਸਮੇਂ ਦੀ ਗੱਲ ਆ ਜਦੋਂ ਇੱਥੇ ਮੁਗਲ ਜਿਹੜੇ ਲੋਕ ਸੀਗੇ ਉਹ ਆ ਗਏ, ਜਾਂ ਪਾਇਣੀ ਨਾਂ ਦਾ ਜਿਹੜਾ ਨਿਯਮਬੱਧ ਵਿਆਕਰਨ ਗ੍ਰੰਥ ਵੀ ਇਸੇ ਧਰਤੀ 'ਤੇ ਰਚਿਆ ਗਿਆ। ਤਕਸ਼ਿਲਾ ਜਿਹੜੀ ਅਸੀਂ ਯੂਨੀਵਰਸਿਟੀ ਗਲਦੇ ਹਾਂ ਅੱਜ ਕੱਲ੍ਹ ਵੀ ਵਿਸ਼ਵ ਵਿਦਿਆਲਿਆ, ਤਕਸ਼ਿਲਾ ਮਹਾਨ ਵਿਸ਼ਵ ਵਿਦਿਆਲਿਆ ਦੀ ਸਥਾਪਨਾ ਰਾਮਾਇਣ, ਭਗਵਤ ਗੀਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਵੀ ਇਸੇ ਧਰਤੀ 'ਤੇ ਹੋਈ। ਪੰਜਾਬ ਦੀ ਜਾਂ ਪੰਜਾਬ ਦੀਆਂ ਸੱਭਿਆਚਾਰਿਕ ਅਤੇ ਭੂਗੋਲਿਕ ਸਰਹੱਦਾਂ ਅਜੋਕੇ ਨਕਸ਼ੇ ਵਿਚਲੀਆਂ ਹੱਦਬੰਦੀਆਂ ਤੋਂ ਕਿਧਰੇ ਵਿਸ਼ਾਲ ਸਨ। ਪੰਜਾਬ ਇਸਲਾਮਿਕ ਸੰਸਕ੍ਰਿਤੀ, ਸੂਫੀ ਸੰਤਾਂ ਦੇ ਇਸਲਾਮੀ ਰੰਗ ਅਤੇ ਸਿੱਖ ਗੁਰੂਆਂ ਦੀ ਨਰੋਈ ਸੋਚ ਅਤੇ ਅਜੋਕੇ ਪੰਜਾਬੀ ਸੱਭਿਆਚਾਰ ਦਾ ਧੁਰਾ ਹੈ। ਸੋ ਬੇਟਾ ਜੇ ਅਸੀਂ ਗੱਲ ਕਰੀਏ ਨਾ ਜਿਹੜਾ ਪੰਜਾਬ ਆ, ਜੇ ਅਸੀਂ ਇੰਡੀਆ ਦੀ ਹਿਸਟਰੀ ਦੀ ਗੱਲ ਕਰਦੇ ਨਾ, ਇੰਡੀਆ ਦੇ ਜਿਹੜੇ ਪ੍ਰਮਾਣ ਮਿਲਦੇ ਨੇ ਉਹਦੇ ਜਿਹੜੇ ਧਾਰਮਿਕ ਗ੍ਰੰਥ ਨੇ ਉਹ ਪੰਜਾਬ ਦੀ ਧਰਤੀ 'ਤੇ ਰਚੇ ਗਏ ਨੇ। ਜੇ ਅਸੀਂ ਰਾਮਾਇਣ ਦੀ ਗੱਲ ਕਰੀਏ ਜਾਂ ਉੱਪਰ ਅਸੀਂ ਭਗਵਤ ਗੀਤਾ ਦੀ ਗੱਲ ਕਰੀਏ ਜਾਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੀਏ, ਤਾਂ ਇਹ ਸਾਰਿਆਂ ਦੀ ਰਚਨਾ ਪੰਜਾਬ ਦੀ ਧਰਤੀ ਦੇ ਉੱਪਰ ਹੋਈ ਹੈ। ਪੰਜਾਬੀ ਸੱਭਿਆਚਾਰ ਲਈ ਬਹੁਤ ਵੱਡੀ ਮਾਣ ਦੀ ਗੱਲ ਆ ਕਿ ਭਾਰਤ ਦਾ ਪੂਰਾ ਇਤਿਹਾਸ ਜਾਂ ਭਾਰਤ ਦੇ ਜਿਹੜੇ ਧਾਰਮਿਕ ਗ੍ਰੰਥ ਨੇ ਉਹ ਸਾਰੇ ਪੰਜਾਬ ਦੀ ਧਰਤੀ ਨਾਲ ਜੁੜੇ ਹੋਏ ਹਨ। ਜੇ ਅਸੀਂ ਇਸਲਾਮਿਕ ਧਰਮ ਦੀ ਗੱਲ ਕਰੀਏ, ਜਿਹੜੇ ਇਸਲਾਮਿਕ ਸੂਫੀ ਸੰਤ ਫਕੀਰ ਨੇ ਉਹਨਾਂ ਦੀਆਂ ਜਿਹੜੀਆਂ ਰਚਨਾਵਾਂ ਨੇ ਉਹ ਵੀ ਪੰਜਾਬ ਦੀ ਧਰਤੀ 'ਤੇ ਹੋਈਆਂ ਨੇ। ਇਹਨਾਂ ਦੇ ਮਹਾਨ ਪੈਗੰਬਰ ਨੇ ਜਿਹੜੇ ਸੂਫੀ ਧਰਮ ਦੇ ਲਾ ਲਓ, ਜਿਹੜੇ ਸੂਫੀ ਧਰਮ ਦੇ ਗੁਰੂ ਪੀਰ ਹੋਏ ਨੇ, ਉਹਨਾਂ ਦਾ ਜਨਮ ਵੀ ਜਿਹੜਾ ਬਹੁਤਿਆਂ ਦਾ ਇਸੇ ਧਰਤੀ ਦੇ ਉੱਪਰ ਹੋਇਆ। ਇਹ ਪੰਜਾਬੀ ਸੱਭਿਆਚਾਰ ਦਾ ਪਿਛੋਕੜ ਹੈ, ਇਤਿਹਾਸ ਹੈ। ਜਿਵੇਂ ਆਪਾਂ ਗੱਲ ਕਰੀਏ ਵੀ ਕਿਸੇ ਸੱਭਿਆਚਾਰ ਦਾ ਕੋਈ ਨਾ ਕੋਈ ਹਿਸਟਰੀ ਹੁੰਦੀ ਹੈ, ਉਹਦਾ ਇਤਿਹਾਸ ਹੁੰਦਾ। ਆਪਾਂ ਇਤਿਹਾਸ ਪੜ੍ਹ ਰਹੇ ਹਾਂ ਪੰਜਾਬੀ ਸੱਭਿਆਚਾਰ ਦਾ, ਇਹਦੇ ਵਿੱਚ ਕੀ ਕੁਝ ਸਮਾਇਆ ਹੋਇਆ ਹੈ। ਪੰਜਾਬ ਇਸਲਾਮਿਕ ਸੰਸਕ੍ਰਿਤੀ, ਸੂਫੀ ਸੰਤਾਂ ਦੇ ਇਸਲਾਮੀ ਰੰਗ ਅਤੇ ਸਿੱਖ ਗੁਰੂਆਂ ਦੀ ਨਰੋਈ ਸੋਚ ਅਜੋਕੇ ਪੰਜਾਬੀ ਸੱਭਿਆਚਾਰ ਦਾ ਧੁਰਾ ਹੈ। ਧੁਰਾ ਹੁੰਦਾ ਬੇਟਾ ਜਿਹਦੇ ਆਲੇ ਦੁਆਲੇ ਘੁੰਮਦਾ, ਇਹ ਸਾਰਾ ਚੱਕਾ ਘੁੰਮਦਾ ਸਾਡੇ ਸਮਾਜ ਦਾ, ਸੱਭਿਆਚਾਰ ਦਾ। ਇਤਿਹਾਸਿਕ ਸਫ਼ਰ ਵਿੱਚੋਂ ਗੁਜ਼ਰਦਿਆਂ 7 ਦਰਿਆਵਾਂ ਤੋਂ ਘਟ ਕੇ 5 ਅਤੇ 5 ਤੋਂ ਘਟਦੇ ਅਜੋਕੇ ਦੌਰ ਵਿੱਚ 2.5 ਕੁ ਦਰਿਆ ਹੀ ਰਹਿ ਗਏ ਹਨ, ਜਿਹੜੇ ਅੱਜ ਪੰਜਾਬ 'ਚ 2.5 ਦਰਿਆਵਾਂ ਦੀ ਧਰਤੀ ਹੈ ਬੇਟਾ। ਕਿਤੇ 7 ਦਰਿਆ ਸੀ, ਫਿਰ 5, ਫਿਰ ਤੋਂ ਬਾਅਦ ਹੁਣ 2.5 ਦਰਿਆ ਹੀ ਰਹਿ ਗਏ ਨੇ। 1947 ਦੀ ਧਾਰਮਿਕ ਵੰਡ, ਜਦੋਂ ਹਿੰਦੁਸਤਾਨ ਅਤੇ ਪਾਕਿਸਤਾਨ ਬਣਿਆ, ਮੁਸਲਮਾਨ ਅਤੇ ਹਿੰਦੂਆਂ ਦੀ ਵੰਡ ਹੋਈ ਆ, ਉਹਦੇ ਵਿੱਚ ਬੇਇੰਤਹਾ ਜਿਹੜੇ ਲੋਕ ਲੁੱਟੇ ਗਏ, ਘਰ ਪੁੱਟੇ ਗਏ, ਬੇਇੰਤਹਾ ਲੋਕਾਂ ਦੀ
ਪਸ਼ੂਆਂ ਦੀ, ਪੰਛੀਆਂ ਦੀ, ਬੱਚਿਆਂ ਦੀ, ਬੱਚੀਆਂ ਦੀਆਂ ਜਾਨਾਂ ਗਈਆਂ ਨੇ। 1947 ਦੀ ਧਾਰਮਿਕ ਵੰਡ ਪੰਜਾਬੀਆਂ ਉੱਪਰ ਕਹਿਰ ਬਣ ਕੇ ਟੁੱਟੀ, ਕਿਉਂਕਿ ਜ਼ਿਆਦਾ ਨੁਕਸਾਨ ਉਹਦੇ ਵਿੱਚ ਪੰਜਾਬੀਆਂ ਦਾ ਜ਼ਿਆਦਾ ਹੋਇਆ। ਅਜੇ ਲੋਕ ਰਿਸ਼ਤਿਆਂ ਵਿੱਚ ਆਈ ਦਰਾੜ ਅਤੇ ਦਰਦ ਵਿੱਚੋਂ ਨਹੀਂ ਸਨ ਉੱਭਰੇ ਕਿ 1 ਨਵੰਬਰ 1966 ਨੂੰ ਭਾਸ਼ਾਈ ਆਧਾਰ 'ਤੇ ਪੰਜਾਬ ਨੂੰ ਹਰਿਆਣਾ ਅਤੇ ਹਿਮਾਚਲ ਵਿੱਚ ਵੰਡ ਦਿੱਤਾ ਗਿਆ। ਹੁਣ ਬੇਟਾ ਜਦੋਂ 1966 ਦੇ ਵਿੱਚ ਸੂਬਿਆਂ ਦੀ ਵੰਡ ਹੁੰਦੀ ਆ, ਪੰਜਾਬ, ਪੰਜਾਬੀ ਬੋਲਣ ਵਾਲਿਆਂ ਦਾ ਪੰਜਾਬ ਬਣ ਗਿਆ, ਹਿੰਦੀ ਬੋਲਣ ਵਾਲਿਆਂ ਦਾ ਹਰਿਆਣਾ ਬਣ ਗਿਆ, ਹਿਮਾਚਲੀ ਭਾਸ਼ਾ ਬੋਲਣ ਵਾਲਿਆਂ ਦਾ ਹਿਮਾਚਲ ਬਣ ਗਿਆ। ਸੋ ਨਤੀਜੇ ਵਜੋਂ ਪੰਜਾਬ ਸੁੰਗੜ ਕੇ ਹੋਰ ਵੀ ਛੋਟਾ ਹੋ ਗਿਆ। ਸੋ ਬੇਟਾ ਜੇ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਪੰਜਾਬ ਦੀ ਗੱਲ ਕਰੀਏ ਨਾ, ਤਾਂ ਅਸੀਂ ਉਹ ਕਿਹਾ ਜਾਂਦਾ ਕਿ ਅਫਗਾਨਿਸਤਾਨ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਖਾਲਸਾ ਪੰਥ ਦੇ ਝੰਡੇ ਝੂਲਦੇ ਸੀ। ਅਤੇ ਜਿਹੜੀ ਅਸੀਂ ਹਿਮਾਚਲ ਪ੍ਰਦੇਸ਼ ਦੀ, ਹਰਿਆਣੇ ਦੀ ਗੱਲ ਕਰਦੇ ਹਾਂ ਬੇਟਾ, ਇਹ ਸਾਰੇ ਪਹਿਲਾਂ ਪੰਜਾਬ ਦਾ ਹੀ ਹਿੱਸਾ ਹੁੰਦੇ ਸੀ। 1966 ਦੀ ਵੰਡ ਤੋਂ ਬਾਅਦ ਫਿਰ ਇਹਨਾਂ ਨੂੰ ਭਾਸ਼ਾਈ ਵੰਡ ਕਰਤੀ ਕਿ ਜਿੱਥੇ ਜਿਹੜੀ ਭਾਸ਼ਾ ਨੂੰ ਬੋਲਦੇ ਨੇ ਉਹਨਾਂ ਨੂੰ ਉਹਨਾਂ ਦੇ ਮੁਤਾਬਕ ਸਟੇਟਾਂ ਬਣਾ ਦਿਓ। ਹਿਮਾਚਲ ਪ੍ਰਦੇਸ਼ ਨੂੰ ਅਲੱਗ ਕਰਤਾ, ਹਰਿਆਣੇ ਨੂੰ ਅਲੱਗ ਕਰਤਾ, ਪੰਜਾਬ ਨੂੰ ਅਲੱਗ ਕਰਤਾ, ਤੋੜਤਾ ਬੇਟਾ, ਪੰਜਾਬ ਹੋਰ ਛੋਟਾ ਕਰਤਾ। ਜੇ ਅਸੀਂ ਪੰਜਾਬ ਦੇ ਜਾਂ ਪੰਜਾਬੀ ਸੱਭਿਆਚਾਰ ਦੇ ਇਤਿਹਾਸ ਦੀ ਗੱਲ ਕਰਦੇ ਹਾਂ ਨਾ, ਤਾਂ ਪਤਾ ਲੱਗਦਾ ਕਿ ਪੰਜਾਬੀ ਸੱਭਿਆਚਾਰ ਜਾਂ ਪੰਜਾਬੀ ਜਿਹੜਾ ਸਾਡਾ ਕਲਚਰ ਸੀ ਉਹ ਕਿੱਥੇ ਤੱਕ ਫੈਲਿਆ ਹੋਇਆ ਸੀ। ਅੱਜ ਵੀ ਬੇਟਾ ਤੁਸੀਂ ਹਿਮਾਚਲ 'ਚ ਜਾਓ, ਕਸ਼ਮੀਰ ਦੇ ਵਿੱਚ ਉੱਪਰ ਨੂੰ ਜਾਓ, ਉੱਥੇ ਬੜੀ ਵਧੀਆ ਠੇਠ ਪੰਜਾਬੀ ਬੋਲਦੇ ਨੇ। ਹਰਿਆਣੇ ਦੇ ਕੁਛ ਇਲਾਕੇ ਨੇ ਜਿੱਥੇ ਬਹੁਤ ਵਧੀਆ ਪੰਜਾਬੀ ਬੋਲੀ ਜਾਂਦੀ ਹੈ। ਹਿਮਾਚਲ ਦੇ ਬਹੁਤ ਸਾਰੇ ਪਹਾੜੀ ਇਲਾਕਿਆਂ 'ਚ ਪੰਜਾਬੀ ਬੋਲੀ ਜਾਂਦੀ ਹੈ। ਸੋ ਇਹ ਪੰਜਾਬ ਦਾ ਹੀ ਹਿੱਸਾ ਸੀ। ਹੁਣ ਆਪਾਂ ਸੱਭਿਆਚਾਰ ਦੀ ਗੱਲ ਕਰ ਰਹੇ ਨੇ, ਇਹਦੀ ਹਿਸਟਰੀ 'ਚ ਪਿੱਛੇ ਝਾਤ ਮਾਰ ਰਹੇ ਹਾਂ ਕਿ ਇਹਦਾ ਇਤਿਹਾਸ ਕੀ ਰਿਹਾ ਪੰਜਾਬ ਦਾ। ਅਤੇ ਫਿਰ ਕਹਿੰਦੇ ਕਿ ਜਦੋਂ ਇਹ ਵੰਡ ਹੋ ਜਾਂਦੀ ਹੈ ਪੰਜਾਬ ਹੋਰ ਛੋਟਾ ਹੋ ਜਾਂਦਾ। ਨਤੀਜੇ ਵਜੋਂ ਪੰਜਾਬ ਸੁੰਗੜ ਕੇ ਹੋਰ ਵੀ ਛੋਟਾ ਹੋ ਗਿਆ। ਇਸ ਤਰ੍ਹਾਂ ਪੰਜਾਬ ਵਿਸ਼ਾਲ ਹੱਦਬੰਦੀਆਂ ਤੋਂ ਘਟਦਾ ਅਜੋਕੇ ਰੂਪ ਵਿੱਚ ਪਹੁੰਚ ਗਿਆ। ਜਿਹੜਾ ਪੰਜਾਬ ਅਸੀਂ ਅੱਜ ਦੇਖਦੇ ਹਾਂ, ਜਿਹੜਾ ਬਹੁਤ ਛੋਟਾ ਪੰਜਾਬ ਲੱਗਦਾ ਬੇਟਾ, ਸੋ ਇੱਕ ਸਮਾਂ ਸੀ ਜਦੋਂ ਪੰਜਾਬ ਬਹੁਤ ਦੂਰ ਤੱਕ ਫੈਲਿਆ ਹੋਇਆ ਸੀ। ਅਸੀਂ ਹੁਣ ਝਾਤ ਮਾਰੀਏ ਕਿ ਇਹਦੀ ਹਿਸਟਰੀ ਦੇ ਵਿੱਚ ਪੰਜਾਬ ਦੇ ਵਿੱਚ ਕੀ ਕੁਝ ਇਹਦੇ ਵਿੱਚ ਬੈਠਾ ਹੈ, ਜਾਂ ਪੰਜਾਬ ਦੇ ਸੱਭਿਆਚਾਰ ਵਿੱਚ ਕੀ ਕੁਝ ਚੀਜ਼ਾਂ ਜੁੜੀਆਂ ਹੋਈਆਂ ਨੇ। ਜਿਹੜਾ ਚਾਰਟ ਗ੍ਰਾਫ ਤੁਸੀਂ ਸਕਰੀਨ 'ਤੇ ਵੇਖ ਰਹੇ ਹੋ, ਇਹ ਪੰਜਾਬ ਦੇ ਇਤਿਹਾਸ ਦੇ ਵਿੱਚ, ਪੰਜਾਬ ਦੀ ਹਿਸਟਰੀ ਦੇ ਵਿੱਚ ਕੁਝ ਜਿਹੜੀਆਂ ਖਾਸ ਨਾਮ ਨੇ, ਕੁਝ ਖਾਸ ਗੱਲਾਂ ਨੇ, ਉਹ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ। ਆਰੀਆ ਜਾਤੀ ਦਾ ਆਗਮਨ, ਇੱਥੇ ਆਰੀਆ ਜਾਤੀ ਦੇ ਲੋਕ ਆਉਂਦੇ ਨੇ। ਫਿਰ ਮੁਸਲਿਮ ਲੋਕਾਂ ਦਾ ਆਗਮਨ, ਇੱਥੇ ਫਿਰ ਮੁਸਲਿਮ ਲੋਕ ਵੀ ਆਏ। ਫਿਰ ਰਿਗਵੇਦ, ਇੱਥੇ ਜਿਹੜੇ ਵੇਦ ਨੇ, ਜਿਹੜੇ 4 ਵੇਦ ਨੇ, ਉਹਨਾਂ ਦੇ ਵਿੱਚ ਰਿਗਵੇਦ ਦੀ ਰਚਨਾ ਹੁੰਦੀ ਆ। ਫਿਰ ਪਾਣਿਨੀ ਦਾ ਵਿਆਕਰਨ, ਇਹ ਵੀ ਬੇਟਾ ਇੱਕ ਧਾਰਮਿਕ, ਜਿਵੇਂ ਅਸੀਂ ਕਹਿੰਦੇ ਵੀ ਵਿਆਕਰਨ ਦਾ ਗ੍ਰੰਥ ਸੀਗਾ। ਅੱਗੇ ਹੈਗਾ ਤਕਸ਼ਿਲਾ ਯੂਨੀਵਰਸਿਟੀ, ਉਹ ਵੀ ਪੰਜਾਬ ਦੀ ਧਰਤੀ ਦੇ ਉੱਪਰ ਬਣਦੀ ਆ। ਅੱਗੇ ਹੈਗਾ ਸਪਤ ਸਿੰਧੂ, ਜਦੋਂ ਉਹਨੂੰ 7 ਦਰਿਆਵਾਂ ਦੀ ਧਰਤੀ ਸੀ ਉਦੋਂ ਪੰਜਾਬ ਨੂੰ ਸਪਤ ਸਿੰਧੂ ਕਿਹਾ ਜਾਂਦਾ ਸੀ। 5 ਆਬ ਭਾਵ 5 ਪਾਣੀਆਂ ਦੀ ਧਰਤੀ ਪੰਜਾਬ ਨੂੰ ਕਿਹਾ ਜਾਂਦਾ। ਜੇ ਪੰਜਾਬੀ ਸੱਭਿਆਚਾਰ ਦੇ ਵਿੱਚ ਅਸੀਂ ਇਹ ਗੱਲਾਂ ਲਿਖਣੀਆਂ ਹੋਣ ਨਾ ਬੇਟਾ, ਆਰਾਮ ਨਾਲ ਤੁਸੀਂ ਲਿਖ ਸਕਦੇ ਹੋ। ਸ੍ਰੀ ਭਗਵਤ ਗੀਤਾ, ਇਹਦੀ ਰਚਨਾ ਵੀ ਪੰਜਾਬ ਦੀ ਧਰਤੀ 'ਤੇ ਹੁੰਦੀ ਆ। ਰਮਾਇਣ, ਇਸ ਦੀ ਰਚਨਾ ਵੀ ਜਿਹੜੀ ਆ ਪੰਜਾਬ ਦੀ ਧਰਤੀ 'ਤੇ ਹੁੰਦੀ ਆ। ਸੋ ਜਿਹੜੀ ਪੰਜਾਬ ਆ ਪਹਿਲਾਂ ਬਹੁਤ ਵਿਸ਼ਾਲ ਸੀ, ਫੈਲਿਆ ਹੋਇਆ ਸੀ ਪੰਜਾਬ। ਅੱਗੇ ਹੈਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਰਚਨਾ ਉਹ ਵੀ ਇੱਥੇ ਹੀ ਇਸ ਪੰਜਾਬ ਦੀ ਧਰਤੀ 'ਤੇ ਹੁੰਦੀ ਆ। ਅਤੇ ਅਸੀਂ ਗੱਲ ਕਰੀਏ ਕਿ 1947 ਦੀ ਰਾਜਸੀ ਧਾਰਮਿਕ ਵੰਡ, ਉਹ ਵੀ ਪੰਜਾਬ ਨੂੰ ਹੀ 2 ਫਾੜ ਕੀਤਾ ਗਿਆ ਬੇਟਾ। ਜਿਹੜੇ 2 ਮੁਲਕ ਬਣੇ ਨੇ ਨਾ, ਜੇ ਅਸੀਂ ਜ਼ਿਆਦਾ ਗੱਲ ਕਰੀਏ ਤਾਂ ਅੱਧਾ ਜਿਹੜਾ ਸਾਡਾ ਪੰਜਾਬ ਆ ਉਹ ਪਾਕਿਸਤਾਨ ਦੇ ਵਿੱਚ ਰਹਿ ਗਿਆ। 1 ਨਵੰਬਰ 1966 ਦੀ ਭਾਸ਼ਾਈ ਵੰਡ, ਅਤੇ ਫਿਰ ਬੇਟਾ ਜਿਹੜਾ ਹਿਮਾਚਲ ਅਤੇ ਹਰਿਆਣੇ ਨੂੰ ਵੀ ਭਾਸ਼ਾਈ ਭਿੰਨਤਾ ਕਰਕੇ ਪੰਜਾਬ ਨਾਲੋਂ ਅਲੱਗ ਕਰ ਦਿੱਤਾ ਗਿਆ। ਇਹ ਪੰਜਾਬ ਦੇ, ਜਦੋਂ ਅਸੀਂ ਪਿੱਛੇ ਪੰਜਾਬੀ ਸੱਭਿਆਚਾਰ ਦੀ ਹਿਸਟਰੀ 'ਚ ਝਾਤ ਪਾਉਂਦੇ ਹਾਂ ਤਾਂ ਪਤਾ ਲੱਗਦਾ ਕਿ ਪੰਜਾਬੀ ਸੱਭਿਆਚਾਰ ਇੰਨਾ ਅਮੀਰ ਅਤੇ ਇੰਨਾ ਵਿਸ਼ਾਲ ਸੀ, ਇੰਨਾ ਜ਼ੋਰਦਾਰ ਜਿਹੜਾ ਇਹਦਾ ਇਤਿਹਾਸ ਰਿਹਾ। ਅਤੇ ਇਹ ਪੰਜਾਬੀ ਸੱਭਿਆਚਾਰ ਦੀ ਇੱਕ ਅਸੀਂ ਨੇੜਿਓਂ ਝਾਤ ਪਾਈ ਇਹਦੇ ਵਿੱਚ ਕਿ ਇਹ ਸਟਰੋਂਗ ਪੁਆਇੰਟ ਨੇ ਪੰਜਾਬੀ ਸੱਭਿਆਚਾਰ ਦੀ ਵਿਸ਼ੇਸ਼ਤਾ ਦੇ ਵਿੱਚ ਬੇਟਾ। ਅਸੀਂ ਇਹਨਾਂ ਗੱਲਾਂ ਨੂੰ ਸ਼ਾਮਿਲ ਕਰ ਸਕਦੇ ਹਾਂ ਕਿ ਪੰਜਾਬੀ ਸੱਭਿਆਚਾਰ ਦਾ ਜਿਹੜਾ ਪਿਛੋਕੜ ਇਤਿਹਾਸ ਆ ਉਹ ਇੰਨਾ ਸਟਰੋਂਗ ਰਿਹਾ। ਅਤੇ ਤੁਸੀਂ ਕਿਸੇ ਹੋਰ ਸੱਭਿਅਤਾ ਦੀ, ਕਿਸੇ ਹੋਰ ਜਾਤੀ ਸਮੁਦਾਇ ਦੇ ਸੱਭਿਆਚਾਰ ਦੀ ਜਦੋਂ ਘੋਖ ਪੜਤਾਲ ਕਰੋਗੇ ਨਾ, ਉਦੋਂ ਤੁਹਾਨੂੰ ਜਿਹੜੇ ਇੰਨੇ ਵਧੀਆ ਪ੍ਰਮਾਣ, ਇੰਨੇ ਵਧੀਆ ਤੱਥ ਤੁਹਾਨੂੰ ਨਹੀਂ ਮਿਲਣਗੇ। ਸੋ ਇਹ ਬਹੁਤ ਸਟਰੋਂਗ ਪ੍ਰਸ਼ਨ ਹੈ ਪੰਜਾਬੀ ਸੱਭਿਆਚਾਰ ਦੇ ਪੱਖ ਵਿੱਚ ਜਾਂ ਉਹਦੇ ਇਤਿਹਾਸ ਦੇ ਪੱਖ ਵਿੱਚ। ਅਗਲਾ ਸਵਾਲ ਹੈ ਕਿ ਪੰਜਾਬੀ ਸੱਭਿਆਚਾਰ ਦੇ
ਪ੍ਰਮੁੱਖ ਲੱਛਣ ਕੀ ਹਨ, ਜਾਂ ਸੰਸਾਰ ਦੇ ਸੱਭਿਆਚਾਰਾਂ ਵਿੱਚੋਂ ਪੰਜਾਬੀ ਸੱਭਿਆਚਾਰ ਵਿਲੱਖਣ ਕਿਵੇਂ ਹੈ, ਜਾਂ ਪੰਜਾਬੀ ਸੱਭਿਆਚਾਰ ਵਿੱਚ ਵਖਰੇਵੇਂ ਕਿਵੇਂ ਹਨ। ਹੁਣ ਪੰਜਾਬੀ ਸੱਭਿਆਚਾਰ ਬੇਟਾ, ਜਿਵੇਂ ਅਸੀਂ ਪਹਿਲਾਂ ਉੱਪਰ ਵੀ ਗੱਲ ਕੀਤੀ ਆ ਕਿ ਹਿੰਦੂ, ਮੁਸਲਿਮ, ਸਿੱਖ, ਈਸਾਈ, ਇੱਥੇ ਵੱਖ-ਵੱਖ ਸਮੁਦਾਇਆਂ ਦੇ ਲੋਕ ਰਹਿੰਦੇ ਨੇ। ਉਹਨਾਂ ਦੇ ਵਿੱਚ ਬੇਸ਼ੱਕ ਉਹ ਇਕੱਠੇ ਪੰਜਾਬ ਦਾ ਅੰਗ ਨੇ, ਪਰ ਉਹਨਾਂ ਦਾ ਖਾਣ ਪੀਣ, ਰਹਿਣ ਸਹਿਣ, ਉਹਨਾਂ ਦੀ ਭਾਸ਼ਾ, ਉਹਨਾਂ ਦੇ ਜਨਮ ਮਰਨ, ਵਿਆਹ ਸ਼ਾਦੀ, ਹਰ ਤਰ੍ਹਾਂ ਦੇ ਜਿਹੜੇ ਸੰਸਕਾਰ ਨੇ ਉਹ ਪੰਜਾਬੀ ਸੱਭਿਆਚਾਰ ਦਾ ਹਿੱਸਾ ਜ਼ਰੂਰ ਨੇ, ਪਰ ਉਹਨਾਂ ਦੇ ਵਿੱਚ ਫਿਰ ਵੀ ਕਿਤੇ ਨਾ ਕਿਤੇ ਵਖਰੇਵਾਂ ਹੈ। ਸੋ ਆਪਾਂ ਦੇਖਦੇ ਹਾਂ ਵੀ ਵਖਰੇਵੇਂ ਕਿਵੇਂ ਹਨ। ਆਓ ਇਹਦਾ ਉੱਤਰ ਪੜ੍ਹਦੇ ਹਾਂ ਕਿ ਦੁਨੀਆ ਭਰ ਦੇ ਸੱਭਿਆਚਾਰਾਂ ਵਿੱਚੋਂ ਪੰਜਾਬੀ ਸੱਭਿਆਚਾਰ ਦੀ ਵੱਖਰੀ ਪਛਾਣ ਹੈ। ਇਹ ਪਛਾਣ ਚਿੰਨ੍ਹਾਂ ਦਾ ਧਾਰਨੀ ਸੱਭਿਆਚਾਰ ਹੈ। ਇਹ ਪਛਾਣ ਚਿੰਨ੍ਹ ਇਸ ਨੂੰ ਬਾਕੀ ਸੱਭਿਆਚਾਰਾਂ ਨਾਲੋਂ ਜਿੱਥੇ ਵੱਖਰਾ ਕਰਦੇ ਹਨ, ਉੱਥੇ ਖਾਸ ਰੂਪ ਵਿੱਚ ਇਸ ਨੂੰ ਹੋਰਨਾਂ ਸਾਹਮਣੇ ਪੇਸ਼ ਵੀ ਕਰਦੇ ਨੇ ਕਿ ਐਡਾ ਅਮੀਰ ਆ ਭਾਈ ਪੰਜਾਬੀ ਸੱਭਿਆਚਾਰ। ਹੁਣ ਅਸੀਂ ਗੱਲ ਕਰਦੇ ਹਾਂ ਕਿ ਪੰਜਾਬੀ ਸੱਭਿਆਚਾਰ ਦੇ ਜਿਹੜੇ ਸਟਰੋਂਗੈਸਟ ਪੁਆਇੰਟ ਨੇ ਕਿਹੜੇ ਨੇ, ਜਿਹੜੇ ਦੂਸਰੇ ਸੱਭਿਆਚਾਰਾਂ ਨਾਲੋਂ ਅਲੱਗ ਕਰਦੇ ਨੇ। ਪਹਿਲਾ ਹੈਗੀ ਸੂਰਮਿਆਂ ਦੀ ਕੌਮ, ਜਿਵੇਂ ਆਪਾਂ ਉੱਪਰ ਸਟਾਰਟਿੰਗ 'ਚ ਗੱਲ ਕਰੀਏ ਕਿ ਇਹ ਸੂਰਵੀਰ ਲੋਕ ਰਹਿੰਦੇ ਨੇ ਇੱਥੇ। ਅਤੇ ਹੈਗਾ ਮਿੱਸੇਪਣ ਭਾਵ ਇਹਨਾਂ ਦਾ ਸੁਭਾਅ ਬੜਾ ਮਿੱਸਾ ਹੈ। ਇਹ ਕਹਿੰਦੇ ਹੁੰਦੇ ਨੇ ਵੀ ਜਿਹੋ ਜਿਹਾ ਇਹਨਾਂ ਨੂੰ ਕੋਈ ਸਾਹਮਣੇ ਤੋਂ ਬੰਦਾ ਮਿਲਦਾ ਉਹਦੇ ਨਾਲ ਉਹੋ ਜਿਹੇ ਮਿਲਦੇ ਨੇ। ਇਹ ਜੀ ਕਹੋ ਜੀ ਕਹਾਓ, ਜੇ ਕੋਈ ਤੁਹਾਨੂੰ ਅੱਖਾਂ ਦਿਖਾਉਂਦਾ ਤਾਂ ਫਿਰ ਉਹਦੀਆਂ ਅੱਖਾਂ, ਉਹਨੂੰ ਵੀ ਇਹ ਅੱਖਾਂ ਕੱਢ ਕੇ ਹੀ ਮਿਲਦੇ ਨੇ। ਅਤੇ ਜੇ ਕੋਈ ਦੋਸਤੀ ਦਾ ਹੱਥ ਵਧਾਉਂਦਾ ਤਾਂ ਉਹਨੂੰ ਜੱਫੀ ਪਾਉਂਦੇ ਨੇ, ਜੇ ਕੋਈ ਦੁਸ਼ਮਣੀ ਵਾਲਾ ਆਉਂਦਾ ਫਿਰ ਉਹਨੂੰ ਚਨੇ ਚਕਾਉਂਦੇ ਨੇ, ਫਿਰ ਇਹ ਉਹਨੂੰ ਉਸ ਤਰ੍ਹਾਂ ਹੀ ਕਰੜੇ ਹੱਥੀਂ ਲੈਂਦੇ ਨੇ। ਅਤੇ ਅੱਗੇ ਕਿ ਭਾਰਤ ਦਾ ਪ੍ਰਵੇਸ਼ ਦੁਆਰ, ਅਸੀਂ ਪਹਿਲਾਂ ਗੱਲ ਕਰੀ ਆ ਕਿ ਜਦੋਂ ਵੀ ਕੋਈ ਭਾਰਤ ਦੇ ਉੱਪਰ ਆ ਕੇ ਹਮਲਾਵਰਾਂ ਨੇ ਹਮਲਾ ਕੀਤਾ ਅਤੇ ਪੰਜਾਬ ਆ ਜਿਹੜਾ ਬੇਟਾ ਉਹਦਾ ਪਹਿਲਾਂ ਜਿਹੜਾ ਉਹ ਹਮਲਾਵਰਾਂ ਦੇ ਸਾਹਮਣੇ ਖੜਨ ਵਾਲਾ ਜਿਹੜਾ ਸਟੇਟ ਕਹਿ ਸਕਦੇ ਹਾਂ ਜਾਂ ਸੂਬਾ ਕਹਿ ਸਕਦੇ ਹਾਂ, ਅੱਜ ਦੇ ਹਿਸਾਬ ਨਾਲ ਸੂਬਾ ਕਹਿ ਸਕਦੇ ਹਾਂ। ਅਤੇ ਸਭ ਤੋਂ ਪਹਿਲਾਂ ਸਟਾਰਟਿੰਗ ਦੇ ਵਿੱਚ ਪੰਜਾਬੀਆਂ ਨਾਲ ਬਾਹਰਲੇ ਹਮਲਾਵਰ ਸੀਗੇ ਜਿਹੜੇ ਮੱਥਾ ਲਾਉਂਦੇ ਸੀ। ਮਿਹਨਤੀ ਸੁਭਾਅ ਮਿੱਤਰੋ ਪੰਜਾਬ ਸਾਡਾ ਸੋਨੇ ਦੀ ਚਿੜੀ। ਸੋ ਸੋਨੇ ਦੀ ਚਿੜੀ ਇਹਨੂੰ ਇਸ ਕਰਕੇ ਕਿਹਾ ਜਾਂਦਾ ਸੀ ਬੇਟਾ ਕਿ ਇੱਥੋਂ ਦੇ ਜਿਹੜੇ ਲੋਕ ਸੀਗੇ ਅਣਥੱਕ ਮਿਹਨਤੀ ਸੀ, ਕਾਮੇ ਸੀ। ਅਤੇ ਜਦੋਂ ਹਮਲਾਵਰ ਆਉਂਦੇ ਬੇਟਾ ਉਦੋਂ ਜਾਂਦੇ ਹੋਏ ਇੱਥੋਂ ਦੇ ਦੁੱਧ, ਘਿਓ, ਮੱਖਣ, ਅਨਾਜ, ਪਸ਼ੂ ਉਹਨਾਂ ਨੂੰ ਲੁੱਟ ਕੇ ਲੈ ਜਾਂਦੇ। ਹਮਲਾ ਕਰਨ ਜਦੋਂ ਜਾਂਦੇ ਅੰਦਰ ਹਿੰਦੁਸਤਾਨ 'ਚ, ਅਤੇ ਜਦੋਂ ਵਾਪਸ ਆ ਜਾਂਦੇ ਫਿਰ ਲੁੱਟ ਕੇ ਲੈ ਜਾਂਦੇ। ਅਤੇ ਇੰਨੇ ਹਮਲੇ ਅਤੇ ਇੰਨੀਆਂ ਲੁੱਟ ਖਸੁੱਟਾਂ ਦੇ ਬਾਵਜੂਦ ਵੀ ਪੰਜਾਬ ਹਮੇਸ਼ਾ ਹਰਾ ਭਰਾ ਰਿਹਾ। ਪੰਜਾਬ ਉਜਾੜਨ ਵਾਲੇ ਕਦੋਂ ਦੇ ਉੱਜੜ ਗਏ, ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਅੱਜ ਵੀ ਵੱਸਦਾ ਏ। ਜਿਹੜਾ ਉਹ ਗੀਤ ਆ ਉਹ ਉਸੇ ਤਰ੍ਹਾਂ ਹੀ ਹੈ ਕਿ ਬਹੁਤ ਵਾਰ ਹਮਲੇ ਹੋਏ, ਪਰ ਜਿਹੜਾ ਇੱਥੋਂ ਦੇ ਮਿਹਨਤੀ ਲੋਕਾਂ ਦੀ ਮਿਹਨਤ ਕਰਕੇ ਪੰਜਾਬ ਅੱਜ ਵੀ ਰੰਗਾਂ ਵਿੱਚ ਖੇਡਦਾ ਹੈ। ਅੱਗੇ ਹੈਗਾ ਅੰਨਦਾਤਾ। ਇਹ ਅੰਨਦਾਤਾ ਸੱਭਿਆਚਾਰ ਨਾਲ ਕਿਵੇਂ ਜੁੜਦਾ ਕਿ ਜੇ ਅਸੀਂ ਗੱਲ ਕਰੀਏ ਕਿ ਪਿੱਛੇ ਆਪਾਂ ਬੜਾ ਵੱਡਾ ਕਿਸਾਨੀ ਸੰਘਰਸ਼ ਲੜਿਆ, ਉਹ 'ਚ ਅੰਨਦਾਤੇ ਦੀ ਰੱਖਿਆ ਦੀ, ਉਹਦੀ ਜ਼ਮੀਨ ਦੀ, ਦੇਖੋ ਅੰਨ ਜ਼ਮੀਨ 'ਤੇ ਹੀ ਉਗਾਇਆ ਜਾਊਗਾ। ਜੇ ਕਿਸਾਨ ਕੋਲ ਜ਼ਮੀਨ ਨਹੀਂ ਤਾਂ ਉਹ ਅੰਨਦਾਤਾ ਉਹਨੂੰ ਕੌਣ ਕਹੂਗਾ। ਸੋ ਖੁੱਲ੍ਹੀਆਂ ਡੁੱਲੀਆਂ ਜ਼ਮੀਨਾਂ ਹੋਣ ਕਰਕੇ, ਮਿਹਨਤੀ ਸੁਭਾਅ ਹੋਣ ਕਰਕੇ ਭਾਰਤ ਦੇ ਜਿਹੜੇ ਹੋਰ ਸੂਬੇ ਸੀ, ਚਾਹੇ ਕਣਕ ਹੋਵੇ, ਚਾਵਲ ਹੋਣ, ਦਾਲਾਂ ਹੋਣ, ਵੱਖ-ਵੱਖ ਅਨਾਜ ਨੇ ਜਿਹੜੇ ਪੰਜਾਬ ਦੀ ਧਰਤੀ ਜ਼ਰਖੇਜ਼ ਜ਼ਮੀਨ ਹੈ ਪੰਜਾਬ ਦੀ। ਇੱਥੋਂ ਬਹੁਤ ਸਾਰਾ ਕੁਛ ਜੋ ਵੀ ਅਸੀਂ ਇਹਦੇ ਵਿੱਚ ਸੁੱਟਦੇ ਹਾਂ ਇਸ ਧਰਤੀ ਦੇ ਵਿੱਚ ਉਹ ਉੱਗਦਾ ਅਤੇ ਉਹਨੂੰ ਫਲ ਪੈਂਦਾ। ਸੋ ਇੱਥੋਂ ਦੀਆਂ ਫਸਲਾਂ ਕਰਕੇ ਜਿਹੜਾ ਪੰਜਾਬੀ ਸੱਭਿਆਚਾਰ ਆ ਇਹਨੂੰ ਅੰਨਦਾਤਾ ਕਿਹਾ ਜਾਂਦਾ, ਪੂਰੇ ਦੁਨੀਆ ਦਾ ਕਹਿ ਸਕਦੇ ਹਾਂ, ਪੂਰੇ ਭਾਰਤ ਦਾ ਪੰਜਾਬ ਨੂੰ। ਵਿਦੇਸ਼ਾਂ ਵੱਲ ਰੁਝਾਨ, ਪਰ ਅੱਜ ਜਿਹੜੇ ਇੱਥੋਂ ਦੇ ਹਾਲਾਤ ਨੇ ਆ ਪਿੱਛੇ 29 ਨੂੰ 29/5/2022 ਨੂੰ ਪੰਜਾਬੀ ਲੋਕ ਗਾਇਕ ਸਿੱਧੂ ਮੂਸੇਵਾਲੇ ਦਾ ਜਿਹੜਾ ਗੈਂਗਸਟਰਾਂ ਵੱਲੋਂ ਹੱਤਿਆਕਾਂਡ ਦੇ ਵਿੱਚ ਉਹਨਾਂ ਦੀ ਕਾਰ ਨੂੰ, ਥਾਰ ਨੂੰ ਘੇਰ ਕੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ। ਅਤੇ ਉੱਥੇ ਉਹਦੀ ਮੌਤ ਤੋਂ ਬਾਅਦ ਜਿਹੜੇ ਇੱਥੋਂ ਦੇ ਲੋਕ ਨੇ, ਪੜ੍ਹਿਆ ਲਿਖਿਆ ਜਿਹੜਾ ਵਰਗ ਆ, ਹੁਣ ਉਹ ਜਿਹੜਾ ਬੱਚਾ ਉਹਦੀ ਮੌਤ ਹੁੰਦੀ ਆ, ਉਹਨੇ ਇੱਥੇ +2 ਕੀਤੀ ਮੈਡੀਕਲ, ਨੋਨ ਮੈਡੀਕਲ ਦੇ ਵਿੱਚ, ਅਤੇ ਉਸ ਤੋਂ ਬਾਅਦ ਉਹਨੇ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ, ਮਿਹਨਤ ਕੀਤੀ, 6.5 ਬੈਂਡ ਲੈ ਕੇ ਵਿਦੇਸ਼ 'ਚ ਵੀ ਗਿਆ। ਪਰ ਉਹ ਉੱਥੋਂ ਪੜ੍ਹਾਈ ਕਰਕੇ ਜਦੋਂ ਉਹਨੂੰ ਸਮਝ ਲੱਗੀ ਤਾਂ ਇੱਥੇ ਆ ਗਿਆ। ਉਹਨੂੰ ਮੋਹ ਸੀ ਕਿ ਆਪਦੀ ਮਿੱਟੀ ਨਾਲ। ਪਰ ਇੱਥੋਂ ਦਾ ਜਿਹੜਾ ਬੇਟਾ ਰੁਝਾਨ ਆ, ਹੁਣ ਇੱਥੇ ਦੀਆਂ ਗੌਰਮੈਂਟਾਂ ਨੇ ਜਿਹੜੀਆਂ ਬੱਚਿਆਂ ਨੂੰ ਨੌਕਰੀਆਂ ਨਹੀਂ ਦੇ ਰਹੀਆਂ। ਹੁਣ ਉਹਨਾਂ ਦਾ ਜਿਹੜਾ ਲੋੜਾਂ ਜ਼ਿਆਦਾ ਵੱਡੀਆਂ ਹੋ ਗਈਆਂ। ਪਹਿਲਾਂ ਸੀਗੀ ਬਲਦਾਂ ਵਾਲੀ ਖੇਤੀ, ਪਰ ਅੱਜ ਕੱਲ੍ਹ ਮੋਟਰ ਗੱਡੀਆਂ, ਟਰੈਕਟਰ, ਬਹੁਤ ਸਾਰਾ ਕੁਛ ਆ ਗਿਆ। ਹੁਣ ਜਿਹੜੀ ਦੁਨੀਆ, ਇਹ ਅਸੀਂ ਪੂਰੀ ਦੁਨੀਆ ਦੇ ਨਾਲ ਜੁੜ ਗਏ ਹਾਂ। ਹੁਣ ਸਾਡੀਆਂ ਲੋੜਾਂ, ਜ਼ਰੂਰਤਾਂ ਹਰ ਇੱਕ ਚੀਜ਼ਾਂ ਵੱਧ ਗਈਆਂ।
ਤੇ ਜਦੋਂ ਇਹਨਾਂ ਦੀ ਪੂਰਤੀ ਪੰਜਾਬ 'ਚ ਨਹੀਂ ਹੁੰਦੀ ਤਾਂ ਲੋਕਾਂ ਦਾ ਹੁਣ ਵਿਦੇਸ਼ਾਂ ਵੱਲ ਨੂੰ ਰੁਝਾਨ ਹੋ ਗਿਆ। ਜਦੋਂ ਇੱਦਾਂ ਦੇ ਹਮਲੇ ਇੱਥੇ ਹੁੰਦੇ ਨੇ ਇੱਕ ਮਿਹਨਤੀ ਬੱਚਿਆਂ ਦੇ ਉੱਪਰ ਜਾਂ ਕਿਸੇ ਵੀ ਉਹ ਲੋਕਾਂ ਦੀ ਜਿਹੜੀ ਜਾਨ ਨੂੰ ਖਤਰਾ ਮਹਿਸੂਸ ਕਰਦੇ ਨੇ, ਤਾਂ ਉਹ ਹੁਣ ਜਿਹੜਾ ਉਹਨਾਂ ਦਾ ਰੁਝਾਨ ਆ ਉਹ ਵਿਦੇਸ਼ਾਂ ਵੱਲ ਨੂੰ ਹੋ ਚੁੱਕਿਆ। ਪੰਜਾਬ ਦੀ ਬਹੁਤ ਸਾਰੀ ਜਿਹੜੀ ਜਵਾਨੀ ਹੈ, ਜਿਨ੍ਹਾਂ ਨੂੰ ਪਤਾ ਹੈ ਕਿ ਉਰੇ ਮਿਹਨਤ ਕਰਕੇ ਸਾਨੂੰ ਨੌਕਰੀ ਨਹੀਂ ਮਿਲੀ ਜਾਂ ਸਾਡਾ ਜਿਹੜਾ ਉਰੇ ਦਾ ਭਵਿੱਖ ਸਾਡਾ ਸੁਨਹਿਰਾ ਨਹੀਂ, ਤਾਂ ਉਹ ਵਿਦੇਸ਼ਾਂ ਵੱਲ ਨੂੰ ਕੂਚ ਕਰ ਰਹੇ ਨੇ। ਸੋ ਬੇਟਾ ਇਹ ਸਾਰੀਆਂ ਚੀਜ਼ਾਂ ਹੀ ਪੰਜਾਬੀ ਸੱਭਿਆਚਾਰ ਦਾ ਬਹੁਤ ਅਨਿੱਖੜਵਾਂ ਅੰਗ ਨੇ। ਆਓ ਆਪਾਂ ਇਹਨਾਂ ਬਾਰੇ ਥੋੜ੍ਹੀ ਮੋਟੀ ਜਿਹੜੀ ਗੱਲਬਾਤ ਕਰਦੇ ਹਾਂ ਉੱਪਰਲੇ 5-6 ਪੁਆਇੰਟਾਂ 'ਤੇ। ਕਿ ਭਾਰਤ ਦਾ ਪ੍ਰਵੇਸ਼ ਦੁਆਰ, ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਹਾ ਜਾਂਦਾ ਹੈ। ਪੰਜਾਬ ਹਿੰਦੁਸਤਾਨ ਦਾ ਸਰਹੱਦੀ ਸੂਬਾ ਹੋਣ ਕਰਕੇ ਇੱਥੋਂ ਦੇ ਵਸਿੰਦੇ ਸੂਰਮਿਆਂ ਅਤੇ ਬਹਾਦਰਾਂ ਦੀ ਕੌਮ ਹਨ। ਇਸੇ ਕਰਕੇ ਪੰਜਾਬੀਆਂ ਵਿੱਚ ਕੁਰਬਾਨੀ ਦਾ ਜਜ਼ਬਾ ਕੁੱਟ-ਕੁੱਟ ਕੇ ਭਰਿਆ ਹੋਇਆ ਹੈ। ਪੰਜਾਬ ਦੇ ਗੱਭਰੂ ਅਣਖੀਲੇ ਅਤੇ ਮੌਤ ਨਾਲ ਮਖੌਲਾਂ ਕਰਨ ਵਾਲੇ ਹਨ। ਇਤਿਹਾਸ ਗਵਾਹ ਹੈ ਕਿ ਜ਼ਾਲਮ ਹਾਕਮਾਂ ਦੇ ਅੱਗੇ ਝੁਕਣਾ ਇਹਨਾਂ ਦੀ ਅਣਖ ਨੂੰ ਵਿਗਾੜ ਪਾਉਂਦਾ ਹੈ, ਜਿਸ ਦਾ ਜਵਾਬ ਦੇਣਾ ਇਹ ਚੰਗੀ ਤਰ੍ਹਾਂ ਜਾਣਦੇ ਹਨ। ਪੰਜਾਬੀਆਂ ਦੇ ਅਲਵੇਲੇਪਣ ਨੂੰ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਇੰਝ ਬਿਆਨ ਕੀਤਾ ਹੈ ਕਿ ਇਹ ਬੇਪਰਵਾਹ ਜਵਾਨ ਪੰਜਾਬ ਦੇ ਮੌਤ ਨੂੰ ਮਖੌਲਾਂ ਕਰਨ, ਪਿਆਰ ਨਾਲ ਇਹ ਕਰਨ ਗੁਲਾਮੀ, ਜਾਨ ਕੋ ਆਪਣੀ ਵਾਰ ਦਿੰਦੇ ਪਰ ਟੈਂ ਨਾ ਮੰਨਣ ਕਿਸੇ ਦੀ। ਸੋ ਜਿਹੜੀ ਇੱਥੋਂ ਦੇ ਲੋਕਾਂ ਦਾ ਸੁਭਾਅ ਹੈ ਉਹ ਬੜਾ ਨਖੀਲਾ ਹੈ। ਆਪਾਂ ਅੰਨਦਾਤੇ ਦੀ ਉੱਪਰ ਗੱਲ ਕਰਕੇ ਆਏ ਹਾਂ, ਆਪਾਂ ਉਹਨਾਂ ਨੂੰ ਆਪਣੀ ਸਥਾਨਕ ਜਾਂ ਸਰਲ ਭਾਸ਼ਾ ਦੇ ਵਿੱਚ ਡਿਸਕਸ ਕੀਤੀ ਆ। ਉਹ ਪੜ੍ਹਦੇ ਹਾਂ ਅੰਨਦਾਤਾ ਕਿਵੇਂ ਹੈ ਪੰਜਾਬੀ ਸੱਭਿਆਚਾਰ। ਪੰਜਾਬ ਨੂੰ ਦੇਸ਼ ਦਾ ਅੰਨ ਭੰਡਾਰ ਮੰਨਿਆ ਜਾਂਦਾ ਹੈ। ਸਖਤ ਮਿਹਨਤ ਕਰਕੇ ਅੰਨ ਪੈਦਾ ਕਰਨਾ ਪੰਜਾਬ ਦੇ ਲੋਕਾਂ ਦੀ ਸ਼ਖਸੀਅਤ ਦਾ ਗੁਣ ਹੈ। ਪੰਜਾਬ ਦੇ ਲੋਕ ਕਿਸੇ ਤੋਂ ਭੀਖ ਮੰਗਣਾ ਚੰਗਾ ਨਹੀਂ ਸਮਝਦੇ, ਕਿਸੇ ਦੀ ਗੁਲਾਮੀ ਕਰਨਾ ਇਹਨਾਂ ਨੂੰ ਚੰਗਾ ਨਹੀਂ ਲੱਗਦਾ, ਸਗੋਂ ਗੁਲਾਮੀ ਕਰਨ ਦੀ ਬਜਾਏ ਇਹ ਮਰਨਾ ਚੰਗਾ ਸਮਝਦੇ ਹਨ। ਫਰੀਦਾ ਬਾਰ ਪਰਾਈਏ ਵੈਸਣਾ, ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖਸੀ ਜਿਉਂ ਸਰੀਰੋ ਲੇਹ। ਇਹ ਫਰੀਦ ਜੀ ਬਾਣੀ ਦੇ ਵਿੱਚ ਲਿਖਦੇ ਨੇ ਕਿ ਪਰਾਏ ਕਿਸੇ ਦੇ ਦਰ 'ਤੇ ਬਹਿ ਕੇ ਮੰਗਣਾ ਵੀ ਸਾਈਂ ਮੁਝੇ ਨਾ ਦੇ, ਸਾਈਂ ਮੈਨੂੰ ਇੱਦਾਂ ਨਾ ਰੱਖੀ, ਜੇ ਤੂੰ ਐਵੇਂ ਰੱਖਸੀ, ਜੇ ਤੂੰ ਮੈਨੂੰ ਇੱਦਾਂ ਹੀ ਕਿਸੇ ਦੇ ਦਰ 'ਤੇ ਭੀਖ ਮੰਗਾਉਣੀ ਹੈ, ਕਿਸੇ ਦੇ ਅੱਗੇ ਹੱਥ ਉਡਾਉਣੇ ਨੇ, ਜਿਉ ਸਰੀਰੋ ਲੈ, ਇਹ ਮੇਰਾ ਸਰੀਰ ਤੂੰ ਲੈ ਹੀ ਲੈ, ਮੈਨੂੰ ਮਾਰ ਹੀ ਦੇ ਪਰ ਮੈਨੂੰ ਕਿਸੇ ਦੇ ਮੁਹਤਾਜ ਨਾ ਕਰੀ। ਇਹ ਸਾਡੀ ਅਣਖ ਹੈ। ਸੋ ਅਸੀਂ ਦੂਜਿਆਂ ਦੇ ਮੂੰਹ ਦੇ ਵਿੱਚ ਅਨਾਜ ਦਾ ਭੋਰਾ ਪਾਉਣ ਵਾਲੀ ਕੌਮ ਆ, ਮਿਹਨਤੀ ਲੋਕ ਆ, ਕਰਕੇ ਖਾਣ 'ਚ ਵਿਸ਼ਵਾਸ ਰੱਖਦੇ ਹਾਂ। ਗੁਰੂ ਨਾਨਕ ਪਾਤਸ਼ਾਹ ਦੀ ਵੀ ਗੁੜਤੀ ਹੈ ਕਿ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ। ਕਿਰਤ ਸਾਡੇ ਜੀਵਨ ਦੇ ਵਿੱਚ, ਸਾਡੇ ਬਲੱਡ ਦੇ ਵਿੱਚ ਸ਼ੁਰੂ ਤੋਂ ਹੀ ਸਮਾਈ ਹੋਈ ਹੈ। ਮਿੱਸਾਪਣ, ਪੰਜਾਬੀ ਸੱਭਿਆਚਾਰ ਦਾ ਇੱਕ ਹੋਰ ਲੱਛਣ ਇਹ ਹੈ ਕਿ ਇਸ ਵਿੱਚ ਮਿੱਸਾਪਣ ਹੈ। ਕਈ ਸਦੀਆਂ ਤੱਕ ਬਾਹਰੀ ਹਮਲਾਵਰ ਭਾਵ ਮੁਗਲਾਂ, ਮੁਸਲਮਾਨਾਂ ਅਤੇ ਅੰਗਰੇਜ਼ਾਂ ਦੇ ਇੱਥੇ ਕਾਬਜ ਹੋਣ ਅਤੇ ਆਪੋ ਆਪਣੇ ਸੱਭਿਆਚਾਰ ਦੇ ਫੈਲਾਅ ਕਰਕੇ ਪੰਜਾਬੀ ਸੱਭਿਆਚਾਰ ਦਾ ਸੁਭਾਅ ਮਿੱਸਾ ਅਤੇ ਦਰੁਸਤ ਹਾਜ਼ਮੇ ਵਾਲਾ ਹੋ ਨਿਬੜਿਆ ਹੈ। ਪੰਜਾਬੀ ਸੱਭਿਆਚਾਰ ਨਿਰੋਲ ਪੰਜਾਬੀ ਨਾ ਹੋ ਕੇ ਕਈ ਸਾਰੇ ਸੱਭਿਆਚਾਰਾਂ ਦਾ ਮਿਲਗੋਭਾ ਹੈ। ਇੱਥੋਂ ਦੀ ਭਾਸ਼ਾ, ਬੋਲੀ, ਪਹਿਰਾਵਾ, ਰੀਤੀ ਰਿਵਾਜ, ਮਨੌਤਾਂ ਪੰਜਾਬੀ ਸੱਭਿਆਚਾਰ ਦੇ ਬਹੁ ਨਸਲੀ, ਬਹੁ ਜਾਤੀ ਅਤੇ ਬਹੁ ਕੌਮੀ ਸੱਭਿਆਚਾਰ ਵੱਲ ਇਸ਼ਾਰਾ ਕਰਦੇ ਹਨ। ਸੋ ਬੇਟਾ ਜੇ ਅਸੀਂ ਹੁਣ ਅੱਜ ਵਿਆਹ ਦੇ ਵਿੱਚ ਜਾਂਦੇ ਹਾਂ, ਬਲੇਜ਼ਰ ਪਾਉਂਦੇ ਹਾਂ, ਟਾਈਆਂ ਲਾਉਂਦੇ ਹਾਂ, ਇਹਦਾ ਮਤਲਬ ਕਿਤੇ ਨਾ ਕਿਤੇ ਪੱਛਮੀ ਸੱਭਿਆਚਾਰ ਦੀ ਕੋਈ ਚੀਜ਼ ਲੈ ਲਈ। ਅਤੇ ਬੇਟਾ ਜਿਹੜੇ ਫਰਾਂਸੀਸੀ ਸੀਗੇ ਉਹ ਆਏ, ਜਿਹੜੀ ਪਗੜੀ ਅਸੀਂ ਪਹਿਨਦੇ ਅੱਜ ਕੱਲ੍ਹ, ਇਹ ਸਾਨੂੰ ਫਰਾਂਸੀਸੀਆਂ ਨੇ ਦਿੱਤੀ ਹੈ। ਉਹ ਪਗੜੀ ਪਹਿਨਦੇ ਸਨ ਜਿਹੜੇ ਪਠਾਨ ਸੀਗੇ, ਅਤੇ ਉਹਨਾਂ ਤੋਂ ਅਸੀਂ ਆਹ ਪੱਗਾਂ ਬੰਨ੍ਹਦੇ ਹਾਂ, ਅਤੇ ਉੱਥੋਂ ਅਸੀਂ ਪੱਗਾਂ ਲੈ ਲਈਆਂ। ਅਤੇ ਜਿਹੜੇ ਵੀ ਉਰੇ ਲੋਕ ਆਏ ਉਹ ਉਰੇ ਰਾਜ ਕਰਕੇ ਗਏ, ਚਾਹੇ ਉਹ ਮੁਗਲ ਸੀ ਜਾਂ ਅੰਗਰੇਜ਼ ਸੀਗੇ, ਅਤੇ ਉਹਨਾਂ ਨੇ ਜੋ ਚੀਜ਼ਾਂ ਇਸ ਕਲਚਰ ਦੇ ਵਿੱਚ ਕਿਤੇ ਨਾ ਕਿਤੇ ਰੱਖੀਆਂ, ਅਸੀਂ ਉਹ ਸਾਰੀਆਂ ਨਹੀਂ ਗਵਾਈਆਂ। ਉਹਨਾਂ ਵਿੱਚ ਕੁਝ ਨਾ ਕੁਝ ਚੀਜ਼ਾਂ ਅੱਜ ਵੀ ਅਸੀਂ ਨੇ ਅਡੋਪਟ ਕੀਤੀਆਂ ਹੋਈਆਂ ਨੇ। ਸੋ ਇਹ ਜਿਹੜੀ ਜਿਵੇਂ ਆਪਾਂ ਮਿੱਸੀ ਰੋਟੀ ਕਹਿੰਦੇ ਹਾਂ, ਉਹ 'ਚ ਥੋੜ੍ਹੀਆਂ ਦੂਈਆਂ ਚੀਜ਼ਾਂ ਦਾ ਰਲ ਗੱਡ ਹੋ ਜਾਣਾ, ਇਹਨੂੰ ਮਿੱਸਾਪਣ ਕਹਿੰਦੇ ਨੇ। ਹੁਣ ਜਿਹੜੇ ਪੰਜਾਬੀ ਆਪਾਂ ਹਰੇਕ ਤਰ੍ਹਾਂ ਦੀ ਸਾਡੀ ਨੇਚਰ ਦੇ ਵਿੱਚ ਗੱਲਾਂ ਸ਼ਾਮਲ ਨੇ, ਤਾਂ ਹੀ ਸਾਡੇ ਜਿਹੜੇ ਲੋਕ ਨੇ ਬਾਹਰਲੇ ਮੁਲਕਾਂ 'ਚ ਆਈਲੈਟਸ ਕਰਕੇ ਉਹਨਾਂ ਦੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਨੇ, ਉਹਨਾਂ ਵਰਗੇ ਹੋ ਗਏ। ਕਿਉਂਕਿ ਇਹ ਕਿਉਂ ਹੋ ਗਏ? ਕਿਉਂਕਿ ਅਸੀਂ ਮਿੱਸੇਪਣ ਜਾਂ ਮਿੱਸੇ ਸੁਭਾਅ ਦੇ ਮਾਲਕ ਹਾਂ। ਸਾਨੂੰ ਦੂਏ ਲੋਕਾਂ ਨਾਲ ਰਹਿਣਾ ਸਹਿਣਾ, ਉਹਨਾਂ ਦੀ ਭਾਸ਼ਾ ਨੂੰ ਸਮਝਣਾ, ਉਹਨਾਂ ਦੇ ਕਲਚਰ ਦਾ ਸਤਿਕਾਰ ਕਰਨਾ ਆਉਂਦਾ। ਇਸ ਕਰਕੇ ਜਿਹੜੇ ਪੰਜਾਬੀ ਨੇ ਪੂਰੀ ਦੁਨੀਆ 'ਤੇ ਆਪਣੀ ਜਿਹੜੀ ਵੱਖਰੀ ਪਹਿਚਾਣ ਰੱਖਦੇ ਹਨ।
ਅੱਗੇ ਹੈਗਾ ਮਿਹਨਤੀ ਸੁਭਾਅ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਿਸੇ ਵੇਲੇ ਪੰਜਾਬੀ ਮਿਹਨਤਕਸ਼ੀ ਦੀ ਇੱਕ ਮਿਸਾਲ ਰਹੇ ਹਨ। ਇੱਥੇ ਮਿਹਨਤ ਦੇ ਸਦਕਾ ਦੇਸ਼ ਨੂੰ ਲੋੜ ਵੇਲੇ ਅਨਾਜ ਦੇ ਭੰਡਾਰ ਦੇਣ ਵਾਲੇ ਅਤੇ ਮਿਹਨਤੀ ਸੁਭਾਅ ਦੇ ਕਾਰਨ ਹੀ ਦੇਸ਼ ਵਿੱਚ ਹਰੀ ਕ੍ਰਾਂਤੀ ਨੂੰ ਸਭ ਤੋਂ ਪਹਿਲਾਂ ਲੈ ਕੇ ਆਉਣ ਵਾਲੇ ਇਹ ਪੰਜਾਬੀ ਹੀ ਸਨ। ਦਰਿਆਈ ਪਾਣੀ ਅਤੇ ਰੱਜਵੇਂ ਹੋਣ ਦੇ ਕਾਰਨ ਸੂਬੇ ਦੀ ਆਰਥਿਕਤਾ ਸੁਧਰੇ ਰੂਪ ਵਾਲੀ ਰਹੀ ਹੈ। ਸੋ ਬੇਟਾ ਜੇ ਅਸੀਂ ਕਹਿਣਾ ਹੋਵੇ ਜਿਵੇਂ 7 ਦਰਿਆਵਾਂ ਦੀ ਧਰਤੀ ਫਿਰ 5 ਦਰਿਆਵਾਂ ਦੀ ਧਰਤੀ ਹੋਣ ਕਰਕੇ, ਇਹ ਮੈਦਾਨੀ ਇਲਾਕਾ ਹੋਣ ਕਰਕੇ, ਇੱਥੇ ਪਾਣੀ ਦੇ ਵਧੀਆ ਸੋਰਸ ਹੋਣ ਕਰਕੇ ਅਤੇ ਇੱਥੋਂ ਦੇ ਲੋਕਾਂ ਦੇ ਮਿਹਨਤੀ ਹੋਣ ਕਰਕੇ ਜਿਹੜਾ ਪੰਜਾਬ ਹਮੇਸ਼ਾ ਹੀ ਹਰੀ ਕ੍ਰਾਂਤੀ ਜਿਹੜੀ ਭਾਰਤ ਦੇ ਵਿੱਚ ਆਉਂਦੀ ਹੈ ਉਹਨੂੰ ਲਿਆਉਣ ਦੇ ਵਿੱਚ ਵਡਮੁੱਲਾ ਜਿਹੜਾ ਰੋਲ ਹੈ ਉਹ ਪੰਜਾਬੀਆਂ ਦਾ ਰਿਹਾ ਹੈ। ਅੱਗੇ ਹੈਗਾ ਵਿਦੇਸ਼ ਵੱਲ ਰੁਝਾਨ। ਜੇ ਅਸੀਂ ਗੱਲ ਕਰੀਏ ਉੱਪਰ ਪੁਆਇੰਟ ਪੜ੍ਹਿਆ ਸਮੇਂ ਦੇ ਬਦਲਾਅ, ਜਿਵੇਂ ਆਪਾਂ ਹੁਣੀ ਗੱਲ ਕਰੀ ਆ, ਅਤੇ ਕੁਦਰਤੀ ਸਾਧਨਾਂ ਦੇ ਘਟਨ। ਹੁਣ ਪਾਣੀ ਬੇਟਾ ਥੱਲੇ ਚਲਾ ਗਿਆ। ਹੁਣ ਜਿਹੜੇ ਸਾਡੇ ਦਰਿਆ ਸੀਗੇ 7 ਤੋਂ ਬਾਅਦ 5 ਰਹਿ ਗਏ, 5 ਤੋਂ ਬਾਅਦ 2.5 ਰਹਿ ਗਏ। 2.5 ਨੂੰ ਵੀ ਅਜੇ ਅਸੀਂ ਸਾਡੇ ਪਾਣੀਆਂ ਦੀ ਵੰਡ ਦਾ ਮਸਲਾ ਚੱਲ ਰਿਹਾ ਅਤੇ ਸਾਡੇ ਕੋਲ ਪਾਣੀ ਲਗਭਗ 7 ਦਰਿਆਵਾਂ ਤੋਂ 5, 5 ਤੋਂ 2.5 ਦਰਿਆ ਅਤੇ ਰਹਿੰਦਾ ਖੂੰਹਦਾ ਅਸੀਂ ਉਹਦੇ ਫਸਲਾਂ ਇੱਦਾਂ ਦੀਆਂ ਉਗਾਉਣ ਲੱਗ ਪਏ ਜੀਰੀ ਵਰਗੀਆਂ। ਜਿਹੜਾ ਸਾਡਾ ਰਹਿੰਦਾ ਖੂੰਹਦਾ ਪਾਣੀ ਸੀ ਬੇਟਾ ਅਸੀਂ ਧਰਤੀ ਦੇ ਅੰਦਰੋਂ ਵੀ ਪਾਣੀ ਘਟਾ ਲਿਆ। ਇਹ ਬਹੁਤ ਵੱਡੇ ਕਾਰਨ ਨੇ ਕਿ ਹੁਣ ਸਾਡੇ ਕੋਲ ਜਿਹੜੀ ਸਾਡੀ ਜ਼ਮੀਨਾਂ ਜਾਇਦਾਦਾਂ ਸੀ ਬੇਟਾ, ਅੱਗੇ ਜਿਹੜੇ ਦਾਦਿਆਂ ਦੇ ਬੱਚੇ ਫਿਰ ਉਹਨਾਂ ਦੇ ਬੱਚੇ ਫਿਰ ਉਹਨਾਂ ਦੇ ਬੱਚੇ, ਪੈਦਾਵਾਰ ਸੀ ਜਿਹੜੀ ਉਹ ਘਟਣੀ ਸ਼ੁਰੂ ਹੋ ਗਈ, ਆਬਾਦੀ ਵਧਣੀ ਸ਼ੁਰੂ ਹੋ ਗਈ। ਹੁਣ ਜ਼ਮੀਨਾਂ ਜਿਨ੍ਹਾਂ ਕੋਲ ਕੀਲੇ ਸੀ ਬੇਟਾ, ਕੀਲਿਆਂ ਤੋਂ ਬਾਅਦ ਕਿਆਰਿਆਂ 'ਚ ਡਿਵਾਈਡ ਹੋ ਗਈਆਂ, ਵੰਡੀਆਂ ਗਈਆਂ, ਉਹਨਾਂ ਦੇ ਬੱਚੇ ਹੋ ਗਏ ਅੱਗੇ। ਸੋਰਸ ਹੁਣ ਉਹਨਾਂ ਨੂੰ ਇੱਥੇ ਜਿਹੜੇ ਇਨਕਮ ਦੇ ਸੋਰਸ ਘਟਣ ਕਰਕੇ ਹੀ ਉਹਨਾਂ ਨੇ ਬਾਹਰਲੇ ਦੇਸ਼ਾਂ 'ਚ ਜਾ ਕੇ ਮਿਹਨਤ ਕਰਨੀ ਜਿਹੜੀ ਸ਼ੁਰੂ ਕਰਤੀ ਜਾਂ ਆਪਣੀ ਸੋਚ ਦੇ ਵਿੱਚ ਇਹ ਰੱਖ ਲਿਆ ਕਿ ਉਰੇ ਕੁਝ ਨਹੀਂ ਬਣਨਾ, ਹੁਣ ਬਾਹਰ ਚੱਲਦੇ ਹਾਂ। ਆਓ ਪੜ੍ਹਦੇ ਹਾਂ ਕਿ ਸਮੇਂ ਦੇ ਬਦਲਣ ਅਤੇ ਕੁਦਰਤੀ ਸਾਧਨਾਂ ਦੇ ਘਟਣ, ਰਾਜਨੀਤਿਕ ਕਾਰਨਾਂ ਕਰਕੇ ਪੰਜਾਬ ਦੇ ਲੋਕ ਬਿਹਤਰ ਅਤੇ ਖੁਸ਼ਹਾਲ ਜੀਵਨ ਲਈ ਪੜ੍ਹ ਲਿਖ ਕੇ ਬਾਹਰਲੇ ਮੁਲਕਾਂ ਵਿੱਚ ਜਾ ਵਸੇ ਹਨ। ਰੋਜ਼ਾਨਾ ਦੇ ਕਾਰ ਵਿਹਾਰ ਵਿਚਲੇ ਬਦਲਾਅ ਨਾਲ ਮਨੁੱਖੀ ਸੁਭਾਅ ਵਿੱਚ ਤਬਦੀਲੀ ਆਉਣੀ ਲਾਜ਼ਮੀ ਹੈ, ਜਿਸ ਨਾਲ ਲੋਕਾਂ ਦਾ ਇੱਕ ਦੂਜੇ ਪ੍ਰਤੀ ਰਵੱਈਆ ਵੀ ਬਦਲ ਰਿਹਾ ਹੈ। ਹੁਣ ਬੇਟਾ ਜੇ ਅਸੀਂ ਕਹਿੰਦੇ ਸੀ ਨਾ, ਇੱਕ ਤਾਂ ਸੀਗਾ ਪੱਛਮੀ ਪੰਜਾਬ, ਇੱਕ ਹੈਗਾ ਸੀ ਲਹਿੰਦਾ ਪੰਜਾਬ, ਇੱਕ ਚੜ੍ਹਦਾ ਪੰਜਾਬ। ਲਹਿੰਦਾ ਪੰਜਾਬ ਸਾਡਾ ਉਹ ਪਾਕਿਸਤਾਨ ਵਾਲਾ, ਚੜ੍ਹਦਾ ਪੰਜਾਬ ਅਸੀਂ। ਅਤੇ ਇੱਕ ਬੇਟਾ ਇੱਕ ਹੋਰ ਪੰਜਾਬ ਬਣ ਗਿਆ ਜਿਹਨੂੰ ਬੋਲਦੇ ਨੇ ਪ੍ਰਦੇਸ਼ਿਕ ਪੰਜਾਬ, ਜਿਹੜੇ ਬਾਹਰਲੇ ਮੁਲਕਾਂ 'ਚ ਪੰਜਾਬੀ ਬੈਠ ਕੇ, ਜਿਵੇਂ ਹੁਣ ਕੈਨੇਡਾ ਦੇ ਵਿੱਚ ਪੰਜਾਬੀ ਮਾਤ ਭਾਸ਼ਾ ਨੂੰ ਦੂਸਰੇ ਨੰਬਰ ਦਾ ਜਿਹੜਾ ਦਰਜਾ ਉਸ ਮੁਲਕ ਦੇ ਵਿੱਚ ਮਿਲ ਚੁੱਕਿਆ। ਸੋ ਹੁਣ ਪ੍ਰਦੇਸ਼ਿਕ ਪੰਜਾਬ ਨਾਲ ਹੀ ਇੱਥੋਂ ਕਲੀਅਰ ਹੁੰਦਾ ਕਿ ਜਿਹੜੇ ਪੰਜਾਬੀਆਂ ਦਾ ਰੁਝਾਨ ਆ ਬਾਹਰਲੇ ਮੁਲਕਾਂ ਵੱਲ ਵੱਧ ਚੁੱਕਿਆ ਹੈ। ਨਿਸ਼ਚੇ ਹੀ ਵਿਸ਼ਵ ਪੱਧਰ 'ਤੇ ਬਦਲ ਰਹੀਆਂ ਪ੍ਰਸਥਿਤੀਆਂ ਪੰਜਾਬੀ ਮਾਨਸਿਕਤਾ ਵਿੱਚ ਕੁਝ ਪਰਿਵਰਤਨ ਲਿਆ ਰਹੀਆਂ ਹਨ। ਨੌਜਵਾਨਾਂ ਦਾ ਵਿਦੇਸ਼ਾਂ ਵੱਲ ਰੁਝਾਨ, ਪੱਛਮੀ ਸੱਭਿਆਚਾਰ ਦੀ ਦੌੜ, ਸੁਖਾਲਾ ਜੀਵਨ ਜਿਉਣ ਦੀ ਤਾਂਘ ਕਾਰਨ ਜਾਂ ਇਹਨਾਂ ਕਾਰਨਾਂ ਦੇ ਚਲਦਿਆਂ ਪੰਜਾਬੀ ਸੱਭਿਆਚਾਰ ਬਹੁਤ ਪ੍ਰਭਾਵਿਤ ਹੋ ਰਿਹਾ ਹੈ। ਸੋ ਇਹ ਬੇਟਾ ਪੰਜਾਬੀ ਸੱਭਿਆਚਾਰ ਦੇ ਵਿੱਚ ਜਿਹੜੇ ਆਧੁਨਿਕ ਸਮੇਂ ਦੇ ਵਿੱਚ ਆਉਣ ਵਾਲੇ ਬਦਲਾਅ ਨੇ, ਜੋ ਬਦਲਾਵਾਂ ਦਾ ਸਾਹਮਣਾ ਪੰਜਾਬੀ ਸੱਭਿਆਚਾਰ ਕਰ ਰਿਹਾ, ਇਹ ਗੱਲਾਂ ਨੂੰ ਅਸੀਂ ਉਹਨਾਂ ਦੇ ਸੰਦਰਭ ਦੇ ਵਿੱਚ ਜਾਣਦੇ ਹਾਂ। ਇਹ ਲੇਖ ਨੂੰ ਲਿਖਣ ਵਾਲੇ ਸਰਬਜੀਤ ਕੌਰ ਪੰਜਾਬੀ ਲੈਕਚਰਾਰ ਨੇ। ਸੋ ਆਪਾਂ ਬੇਟਾ ਇਹ ਲੇਖ ਨੂੰ ਤੁਹਾਡੇ ਨਾਲ ਪੜ੍ਹਿਆ, ਇਹਦੀਆਂ ਬਹੁਤ ਸਾਰੀਆਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਸੋ ਜਿੱਥੇ ਅਸੀਂ ਗੱਲ ਕਰਦੇ ਹਾਂ ਕਿ ਪੰਜਾਬੀ ਹੋਣ 'ਤੇ ਸਾਨੂੰ ਮਾਣ ਹੈ, ਅਤੇ ਸਾਨੂੰ ਆਪਣੇ ਜਿਹੜੀ ਪੰਜਾਬੀ ਸੱਭਿਆਚਾਰ ਦੀ ਘੋਖ ਜਾਂਚ ਪੜਤਾਲ ਵੀ ਕਰਨੀ ਆਉਣੀ ਚਾਹੀਦੀ ਹੈ। ਸਾਨੂੰ ਆਪਣੇ ਸੱਭਿਆਚਾਰ, ਆਪਣੀ ਵਿਰਾਸਤ, ਆਪਣੇ ਧਰਮ, ਆਪਣੇ ਸਮੁਦਾਇ, ਆਪਣੇ ਲੋਕਾਂ ਦਾ ਖਾਣ ਪੀਣ, ਰਹਿਣ ਸਹਿਣ, ਉਹਨਾਂ ਦੇ ਰੀਤੀ ਰਿਵਾਜ, ਸਾਡੀਆਂ ਧਾਰਮਿਕ ਮਨੌਤਾਂ ਕੀ ਹਨ, ਸਾਡੇ ਜੋ ਧਾਰਮਿਕ ਮੇਲੇ ਉਹ ਕੀ ਹਨ, ਸਾਡੀਆਂ ਰਹੁ ਰੀਤਾਂ ਕੀ ਹਨ, ਇਹਨਾਂ ਸਾਰੀਆਂ ਚੀਜ਼ਾਂ ਦੀ ਜਿਹੜੀ ਜਾਣਕਾਰੀ ਆ ਅੰਸ਼ਿਕ ਰੂਪ ਦੇ ਵਿੱਚ ਆਪਾਂ ਨੇ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਆਸ ਕਰਦੇ ਹਾਂ ਕਿ ਇਹ ਜਿਹੜੀ ਵੀਡੀਓ ਆ ਇਹਨੂੰ ਤੁਸੀਂ ਬੜੇ ਵਧੀਆ ਢੰਗ ਦੇ ਨਾਲ ਸੁਣੋਗੇ, ਸਮਝੋਗੇ ਅਤੇ ਪੰਜਾਬੀ ਸੱਭਿਆਚਾਰ ਪ੍ਰਤੀ ਜਿਹੜੀ ਆਪਣੀ ਸੋਚ ਆ ਉਹਨੂੰ ਹੋਰ ਲੰਬੇਰੀ ਵਡੇਰੀ ਕਰੋਗੇ। ਸੋ ਆਪਾਂ ਇਸ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। 12ਵੀਂ ਜਮਾਤ ਦੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਵੱਖ-ਵੱਖ ਜਿਹੜੇ ਤੁਹਾਡੇ ਪਾਠਕ੍ਰਮ ਦੇ ਪਾਠ ਨੇ, ਉਹਨਾਂ ਨਾਲ ਸੰਬੰਧਿਤ ਜਿਹੜੀ ਵੀਡੀਓਜ਼ ਨੇ ਆਪਾਂ ਉਹ ਬਣਾਉਂਦੇ ਰਹਿੰਦੇ ਹਾਂ ਅਤੇ ਇਸ ਚੈਨਲ ਦੇ ਉੱਪਰ ਪਾਉਂਦੇ ਰਹਿੰਦੇ ਹਾਂ। ਜੇਕਰ ਤੁਸੀਂ ਪੰਜਾਬੀ ਸੱਭਿਆਚਾਰ ਨਾਲ ਅਤੇ ਪੰਜਾਬੀ 12ਵੀਂ ਜਮਾਤ ਦੀ ਪੰਜਾਬੀ ਵਿਸ਼ੇ ਦੀ ਕੋਈ ਹੋਰ ਜਾਣਕਾਰੀ ਹਾਸਲ ਕਰਨੀ ਚਾਹੁੰਦੇ ਹੋ ਤਾਂ ਹਮੇਸ਼ਾ ਜੁੜੇ ਰਹੋ ਆਪਣੇ ਚੈਨਲ ਦੇ ਨਾਲ, ਜਿਸ ਦਾ ਨਾਮ ਹੈ ਪੰਜਾਬੀ ਐਜੂਕੇਸ਼ਨ ਚੈਨਲ। ਸੋ ਇਸ ਵੀਡੀਓ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਥੈਂਕ ਯੂ ਜੀ ਐਂਡ ਹੈਵ ਅ ਨਾਈਸ ਡੇ।